ਸੁਰਗ ਬਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ। ਰਮਈਆ ਗੁਣ ਗਾਈਐ, ਜਾਂ ਤੇ ਪਾਈਐ ਪਰਮ ਨਿਧਾਨ। ਰਹਾਉ ਕਿਆ ਜਪ ਕਿਆ ਤਪ ਸੰਜਮ, ਕਿਆ ਬਰਤ ਕਿਆ ਇਸਨਾਨ। ਜਬ ਲਗ ਜੁਗਤ ਨਾ ਜਾਨੀਐ, ਪਾਉ ਭਗਤ ਭਗਵਾਨ। ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ। ਜਿਉ ਸੰਪੈ ਤਿਉ ਬਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਕਹਿ ਕਬੀਰ ਅਬ ਜਾਣਿਆ, ਸੰਤਨ ਹਿਰਦੈ ਮਝਾਰ। ਸੇਵਕ ਸੋ ਸੇਵਾ ਭਲੇ, ਜਿਹ ਘਟ ਬਸੈ ਮੁਰਾਰ। ਕਹਿ ਕਬੀਰ ਅਬ ਜਾਣਿਆ, ਸੰਤਨ ਹਿਰਦੈ ਮਝਾਰ। ਸੇਵਕ ਸੋ ਸੇਵਾ ਭਲੇ, ਜਿਹ ਘਟ ਬਸੈ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਅਤੇ ਤਖਤ ਦੇ ਮਾਲਕ, ਬਾਣੀ ਕੇ ਬੋਹੇ, ਸਰਬ ਸਾਂਝੀ ਵਾਲਤਾ ਦੇ ਲਖਾਇਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਇਮਾਨ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਸਰੂਪ ਸਾਧ ਸੰਗਤ ਜੀ, ਵਡਭਾਗੇ ਹੋ। ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ, ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ, ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰ, ਸਭਨਾਂ ਨੂੰ ਦਰੋ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਪਾਵਨ ਸ਼ਬਦ ਸਰਵਣ ਕੀਤਾ, ਬੜੀ ਸ਼ਰਧਾ ਭਾਵਨਾ ਸਹਿਤ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਇਹ ਸ਼ਬਦ ਭਗਤ ਕਬੀਰ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਪੂਰਬੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 337 ਤੇ ਇਹ ਸ਼ਬਦ ਦਰਜ ਹੈ। ਤੋ ਇਹ ਵਿਦਤ ਰਵੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਜੁਦਾ ਜੁਦਾ ਰਾਗ ਨੇ, ਉਹਨਾਂ ਵਿੱਚੋਂ ਜਿਹੜਾ ਗੌੜੀ ਰਾਗ ਹੈ, ਇਸ ਗੌੜੀ ਰਾਗ ਦੀਆਂ ਫਿਰ ਅੱਗੋਂ ਦਰਜਨ ਤੋਂ ਵੀ ਜ਼ਿਆਦਾ ਕਿਸਮਾਂ ਨੇ। ਜਿਵੇਂ ਗੌੜੀ ਗੁਆਰੇਰੀ, ਅੱਜ ਗੌੜੀ ਪੂਰਬੀ ਆ ਗਿਆ ਹੈ। ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦੀ ਗੌੜੀ ਪਹਿਲਾਂ ਆ ਚੁੱਕੀ ਹੈ। ਤੋ ਇਹਦਾ ਅਰਥ ਇਹ ਹੈ ਵੀ ਇਸ ਨੂੰ ਗੌੜੀ ਪੂਰਬੀ ਦੇ ਵਿੱਚ ਗਾਇਨ ਕਰਨਾ ਹੈ। ਕੀਰਤਨ ਵਾਲੇ ਰਾਗੀ ਸਿੰਘਾਂ ਨੂੰ ਇਹਦੇ ਬਾਰੇ ਬੋਧ ਹੁੰਦਾ ਹੈ। ਸੋ ਗੌੜੀ ਪੂਰਬੀ ਰਾਗ ਵਿੱਚ ਇਹ ਸ਼ਬਦ ਦਰਜ ਹੈ। ਭਗਤ ਕਬੀਰ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ। ਆਓ ਜਿਤਨੇ ਕੁ ਸਰੀਰ
ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋ। ਭਾਈ ਜਿਵੇਂ ਸਰੀਰਾਂ ਕਰਕੇ ਬੈਠੇ ਹੋ ਤਿਵੇਂ ਸੁਰਤ ਕਰਕੇ ਵੀ ਯਤਨ ਕਰੀਏ ਗੁਰੂ ਚਰਨਾਂ 'ਚ ਬੈਠਣ ਦਾ। ਔਰ ਆਓ ਇਸ ਸ਼ਬਦ ਨੂੰ ਸਮਝਣ ਸਮਝਾਉਣ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਇਕੱਠੇ ਹੋ ਕੇ ਮੂਲ ਮੰਤਰ ਉਚਾਰਨ ਕਰੋ ਤੇ ਆਖੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਰਗ ਬਾਸ ਨਾ ਬਾਂਛੀਐ, ਡਰੀਏ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ। ਧਾਰਮਿਕ ਦੁਨੀਆ ਦੇ ਅੰਦਰ ਸਵਰਗ ਤੇ ਨਰਕ ਦਾ ਬਹੁਤ ਜ਼ਿਕਰ ਹੈ। ਇਹ ਇਸ ਤਰ੍ਹਾਂ ਦੀ ਇੱਕ ਮਾਨਤਾ ਬਣਾਈ ਗਈ ਹੈ ਵੀ ਜਿਹੜੇ ਲੋਕ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਮਰਨੋਂ ਉਪਰੰਤ ਸਵਰਗ ਪ੍ਰਾਪਤ ਹੁੰਦਾ ਹੈ, ਔਰ ਜਿਹੜੇ ਕੁਕਰਮਾਂ ਵਿੱਚ ਪੈ ਜਾਂਦੇ ਨੇ, ਪਾਪਾਂ ਵਿੱਚ ਪੈ ਜਾਂਦੇ ਨੇ, ਵਿਸ਼ੇ ਵਿਕਾਰਾਂ ਵਿੱਚ ਪੈ ਜਾਂਦੇ ਨੇ, ਉਹਨਾਂ ਨੂੰ ਮਰਨੋਂ ਉਪਰੰਤ ਨਰਕ ਨਸੀਬ ਹੁੰਦਾ ਹੈ। ਲਿਹਾਜ਼ਾ ਜਦੋਂ ਇਸ ਤਰ੍ਹਾਂ ਦੀ ਆਈਡੀਓਲੋਜੀ ਤਿਆਰ ਕਰ ਦਿੱਤੀ ਗਈ ਤੇ ਫਿਰ ਕੌਣ ਨਰਕ ਵਿੱਚ ਜਾਣਾ ਚਾਹੇਗਾ। ਇਸ ਵਾਸਤੇ ਹਰ ਮਨੁੱਖ ਦੀ ਆਕਾਂਖਸ਼ਾ ਹੁੰਦੀ ਹੈ ਕਿ ਮੈਂ ਮਰਨ ਤੋਂ ਬਾਅਦ ਸਵਰਗ ਵਿੱਚ ਜਾਵਾਂ, ਅਰਥਾਤ ਨਰਕ ਵਿੱਚ ਨਾ ਜਾਵਾਂ। ਹੁਣ ਸਿੱਖੀਜ਼ਮ ਨੇ ਨਰਕ ਤੇ ਸਵਰਗ ਨੂੰ ਲੈ ਕੇ ਜਿਹੜਾ ਫਲਸਫਾ ਸਾਡੇ ਸਾਹਮਣੇ ਪਰੋਸਿਆ, ਉਹ ਬਾਕੀ ਸੰਪਰਦਾਵਾਂ ਤੇ ਮਜ਼ਹਬਾਂ ਧਰਮਾਂ ਤੋਂ ਥੋੜ੍ਹਾ ਜਿਹਾ ਹਟ ਕੇ ਹੈ। ਉਹ ਕੀ ਹੈ? ਭਗਤ ਕਬੀਰ ਸਾਹਿਬ ਮਹਾਰਾਜ ਇੱਕ ਹੋਰ ਥਾਂ ਤੇ ਬਖਸ਼ਿਸ਼ ਕਰਦੇ ਨੇ ਤੇ ਉੱਥੇ ਆਪ ਜੀ ਉਚਾਰਨ ਕਰਦੇ ਨੇ ਵੀ ਜਿਹੜਾ ਵਾਹਿਗੁਰੂ ਦੇ ਚਰਨ ਨੇ ਨਾ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਮੈਨੂੰ ਆ ਤੁਹਾਡੇ ਚਰਨਾਂ ਵਿੱਚ ਬੜਾ ਆਨੰਦ ਆਉਂਦਾ ਹੈ, ਲਿਹਾਜ਼ਾ ਮੈਨੂੰ ਕੋਈ ਸਵਰਗ ਵਿੱਚ ਵਸਣ ਦੀ ਲਾਲਸਾ ਵੀ ਨਹੀਂ ਤੇ ਨਰਕ ਵਿੱਚ ਜਾਣ ਦਾ ਕੋਈ ਭੈ ਵੀ ਮੈਨੂੰ ਨਹੀਂ ਹੈ। ਉਂਝ ਵੀ ਇਹ ਜਿਹੜੀ ਸਵਰਗ ਤੇ ਨਰਕ ਦਾ ਜ਼ਿਕਰ ਹੈ, ਇਹਦੇ ਬਾਰੇ ਅੱਜ ਭਗਤ ਕਬੀਰ ਸਾਹਿਬ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ, ਭਾਈ ਸੁਰਗ ਬਾਸ ਨਾ ਬਾਂਛੀਐ, ਮੰਗਣਾ ਹੀ ਨਹੀਂ ਚਾਹੀਦਾ। ਇਸ ਤਰ੍ਹਾਂ ਦੀ ਲਾਲਸਾ, ਇਸ ਤਰ੍ਹਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਕਿ ਮੈਨੂੰ ਮਰਨੋਂ ਉਪਰੰਤ ਸਵਰਗ ਪ੍ਰਾਪਤ ਹੋਵੇ। ਔਰ ਦੂਜੀ ਗੱਲ ਇਹ ਕਹੀਏ ਕਿ ਡਰੀਏ ਨਾ ਨਰਕ ਨਿਵਾਸ, ਨਰਕ ਵਿੱਚ ਵਾਸ ਕਰਨ ਤੋਂ ਡਰੀਏ ਵੀ ਨਾ। ਕਿਉਂ ਨਾ ਡਰੀਏ ਜੀ? ਤੋ ਆਪ ਜੀ ਕਹਿੰਦੇ ਨੇ ਹੋਣਾ ਹੈ ਸੋ ਹੋਈ ਹੈ। ਭਾਈ ਜੋ ਹੋਣਾ ਹੈ ਉਹ ਹੋ ਕੇ ਰਹੇਗਾ, ਤੇ ਤੂੰ ਪਹਿਲਾਂ ਤੋਂ ਹੀ ਕਿਉਂ ਘਬਰਾ ਰਿਹਾ ਹੈ? ਮਨ ਹੈ ਨਾ ਕੀਜੈ ਆਸ, ਇਸ ਵਾਸਤੇ ਤੂੰ ਮਨ ਵਿੱਚ ਇਸ ਤਰ੍ਹਾਂ ਸਵਰਗ ਦੇ ਵਾਸ ਦੀ ਆਸ ਨਾ ਰੱਖ। ਹਜ਼ੂਰ ਨੇ ਬਾਣੀ ਵਿੱਚ ਇਹ ਵੀ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਕਿ ਇਹ ਜਿਹੜੀ ਬਹਿਸ਼ਤ ਹੈ ਇਹ ਪੁੰਨ ਕਰਮਾਂ ਕਰਕੇ ਮੰਨੀ ਗਈ ਹੈ ਤੇ ਨਰਕ ਮੰਦ ਕਰਮਾਂ ਕਰਕੇ। ਤੋ ਜਦੋਂ ਉਹ ਕਰਮ ਪੂਰੇ ਹੋ ਜਾਂਦੇ ਨੇ, ਚੰਗੇ ਜਾਂ ਮੰਦੇ, ਉੱਥੋਂ ਕੱਢ ਦਿੱਤਾ ਜਾਂਦਾ ਹੈ। ਇਸ ਵਾਸਤੇ ਇੰਦਰ ਲੋਕ ਸ਼ਿਵ ਲੋਕੈ ਜੈਬੋ, ਓਛੇ ਤਪ ਕਰ ਬਾਹੁਰ ਐਬੋ, ਕਿਆ ਮੰਗੋ ਕਿਛ ਥਿਰ ਨਾਹੀ, ਰਾਮ ਨਾਮ ਰਖ ਮਨ ਮਾਹੀ। ਇੰਦਰ ਲੋਕ, ਸ਼ਿਵ ਲੋਕੈ ਜੈਬੋ, ਇਹ ਵੀ ਚਲੇ ਜਾਣਗੇ ਇੱਕ ਦਿਨ ਹੱਥੋਂ। ਕਿਵੇਂ ਚਲੇ ਜਾਣਗੇ? ਕਹਿਣ ਲੱਗੇ ਹੋਛੇ ਤਪ ਕਰ ਬਾਹੁਰ ਐਬੋ, ਇਹ ਹੋਛੇ ਤਪਾਂ ਕਰਕੇ ਪ੍ਰਾਪਤ ਹੁੰਦਾ। ਔਰ ਜਦੋਂ ਉਹਦੀ ਅਵਧੀ ਖਤਮ ਹੋ ਜਾਂਦੀ ਹੈ, ਉਹ ਕਹਿੰਦੇ ਜੀ ਉਹ ਤੁਹਾਡੇ ਜਿੰਨੇ ਕੋ ਪੁੰਨ ਕਰਮ ਸਨ ਉਹ ਖਤਮ ਹੋ ਗਏ ਨੇ, ਹੁਣ ਬਾਹਰ ਨਿਕਲੋ। ਕਿਆ ਮੰਗੋ ਕਿਛ ਥਿਰ ਨਾਹੀ, ਭਾਈ ਇਹ ਬਹਿਸ਼ਤ ਦਾ ਸਵਰਗ ਦਾ ਰਹਿਣਾ ਵੀ ਅਸਥਿਰ ਨਹੀਂ, ਇਸ ਲਈ ਰਾਮ ਨਾਮ ਰਖ ਮਨ ਮਾਹੀ। ਸ਼ੋਭਾ ਰਾਜ
विभय वडियाई अंत ना काहू संग सहाई। इस तरह भगत कबीर साहब सानू प्रेरणा करते हैं। तो असल विच गुरमत दे विच सानू वाहगुरू दे चरनां दी याद विच जुड़ना, सत संगत जिस तरह आप संगत विच जुड़े हुए ना, इस तरह संगत विच जुड़ना, इसे नू बहिश्त किया गया। एक थां ते भगत कबीर साहब महाराज ने बड़े सुंदर बचन कहे ने, दास कमीर तेरी पनाह समाना, पिश्त नजीक राख रहमाना। कबीर तेरा सेवक तेरी पनाह विच है। सत्संगत पनाह शब्द हुंदा है किसी दी शरण विच आ जाना। फलां व्यक्ति नूं फलां व्यक्ति ने पनाह दे दी है। ये पूरा वाक्या पूरा सेंटेंस गल समझ में आ जाएगी। किसी नूं पनाह देनी। तो कबीर साहब महाराज कहते दास कमीर तेरी पनाह समाना, मैं तो तेरी पनाह विच आ गया। और तेरी पनाह दे विच ओ लुत्फ है, तेरी पनाह विच ओ आनंद है, तेरी पनाह विच इस तरह का जायका है कि ओदा मुकाबला स्वर्ग की करेगी। इसलिए दास कबीर तेरी पनाह समाना, पिश्त असी स्वर्ग कहने आ, वो बहिश्त कहते ने। इत्थे पिश्त लिखिया भब्बे नूं छियारी सस्सा तत्ता पिश्त। जे कह दिता ना पिश्त नजीक फिर गलत हो जाएगा। इनू कहना पिश्त कौमा नजीक राख रहमाना, पिश्त दे उत्ते विश्राम देना है, यह भी ध्यान रखना है। मेरे वास्ते बहिश्त यही है, नजीक राख रहमाना, है रहमान मैनू अपने नेड़े रख। जदों तू मैनू अपने नेड़े रखना है, मैनू पिश्त नालों भी चंगा लगता है। इसलिए मैनू किसी होर बहिश्त की जरूरत नहीं, मैनू तेरे चरनां की जरूरत है। कबीर साहब ही एक होर थां ते भी बचन करते हैं। जदों आप जी कहते ने ना जाना बैकुंठ कहाँ ही, जान जान सब कहे तहाँ ही, जब लग मन बैकुंठ की आस, तब लग होए नहीं चरण निवास। कहो कबीर ए कहिए काहे, साध संगत बैकुंठ है आहे। किवें लोकां नूं समझाइए भी जिस बैकुंठ दी, जिस स्वर्ग दी, जिस बहिश्त दी तुसी लालसा रखदे हो, संगत ही असल विच बैकुंठ है, संगत ही असल विच स्वर्ग है। संगत विच गुरु चरनां विच आके जो आनंद आउंदा है, जे एकाग्र हो जाइए ते ओ आनंद होर किते भी प्राप्त नहीं हुंदा। इस वास्ते बहिश्त दी आस नहीं रखनी। सुरग बास ना बांछीए, इहदे अर्थ ने मरनों उपरंत असी स्वर्ग विच वास करांगे, ये इच्छा नहीं रखनी चाहिए। ये गुरबाणी कह रही है, मैं तो एक्सप्लेन कर रहा ना। डरिए ना नरक निवास, नरक विच रहन तो डरना नहीं चाहिए। जिस तरह का नरक नूं एक्सप्लेन किया गया ना साध संगत, धार्मिक ग्रंथां विच नरक विच जिद्दां दीयां चीज़ां लिखियां ने, जदों मैं उन्हां नूं गौर नाल पढ़ना वा ते फिर मैं कहना भी ये कोई मुश्किल नहीं, क्योंकि असी पृथ्वी नूं महा नरक बना दिता। असी इन्ने यूज टू हो गए, इन्ने हैबिचुअल हो गए, हुण नरक विच जाके ते असी रिलैक्स हो जाना, असी फील करना भी आह ते बड़ी वधिया। एवें सानूं लोक डराई जांदे सन, क्योंकि असी इस ग्लोबल नूं, इस धरती नूं नरक तो भी बदतर बना दिता है। और लगातार साडे यतन ने भी आउण वाले समय च असी होर इहनूं नरक बना के छड्डना है। भावें ये महानरक तो भी महानरक बन जाए, पर असी पैसे जोड़ने ने, असी प्रॉपर्टी बनानी है, स्विस बैंक भरने ने, धरती भावें नेस्तो नाबूद हो जाए। खैर वो वखरा विषय है। डरिए ना नरक निवास, होना है सो होई है, जो होना है वो हो के रहेगा। मनै ना कीजे आस, इस तरह दियां आसावां नहीं रखनियां चाहिए। क्यों नहीं रखनियां चाहिए? साध संगत जदों असी कोई आस रखने आ, अपने आप नूं प्रिपेयर करने आ, जे ते वो उम्मीद पूरी हो जाए तो कोई खुशी नहीं मिलती। क्यों नहीं मिलती जी? ध्यान दिया जी। मान लिया कोई व्यक्ति जॉब करता है, उसकी 50,000 मंथली सैलरी है। हुण जदों 1 तरीक नूं 2 तरीक नूं उहदे अकाउंट विच सैलरी आउणी है जां उहनूं चैक मिलना है, उहनूं की खुशी हुंदी है? कोई खुशी नहीं हुंदी। क्यों? क्योंकि उन्हें ऑलरेडी अपने आप नूं प्रिपेयर कीता हुंदा भी ये मैनूं मिलने ने, और मिलदे बाद विच ने वो कित्थे कित्थे लगने ने, वो जगह पहलां तो तैयार ने। असल विच खुशी हुंदी है सरप्राइज दी, जिहड़ी चीज़ बारे असीं सोचिया नहीं, अचनचेत वो चीज़ प्राप्त हो जाए तो मनुख प्रसन्न हुंदा है।
इस लई मनै ना कीजै आस, इस तरह दीयां आसावां भी मरण तो बाद स्वर्ग मिलेगी, जे मिल गई तो खुशी कोई नहीं होनी, तो जे ना मिली तो हार्ट होवांगे। इस वास्ते हजूर कहंदे भी इन्नियां उम्मीदां ही ना रख, आनंद विच रहो, जो उहदे हुक्म विच होवेगा सो ठीक है। रमैया गुण गाइए जाते पाइए परम निधान, फिर की करिए, असी सुरगवास ना बासीए, डरिए ना नरक निवास, होना है सो होई है, मनै ना कीजे आस, फिर की करिए, रमैया गुण गाइए। सोहणे राम दे सोहणे प्रभु दे गुण गाने ने, भाव सिफत सलाह करनी है। फिर की होएगा सिफत सलाह करन नाल? तां हजूर कहन लगे जां ते पाइए परम निधान, परम मैंने उच्चा वड्डा, ते निधान मैंने खजाना। गुरबाणी विच नन्ने शिहारी तद्दे कन्ना नन्ना आ जाए ते इहदे अर्थ ने खजाना, पर जे उही नन्ने शिहारी दद्दे कन्ना नन्ना आ जाए ते फिर उहदे अर्थ हुंदे ने अंत। अंत मीनस एंड, एंड AND नहीं, END वाला एंड, एंड चरम सीमा खत्म। यह ध्यान रखना, दद्दे नाल अंत और तद्दे नाल खजाना। रमैया गुण गाइए, थोड़े थोड़े नुकते इस तरह समझ आउण लग पैना, जिस तरह ओ शब्द है ऊड़ा हाहा ओ एक वचन है, जिवें अंगीकार ओ करे तेरा, तो इत्थे ओ सूचक है परमात्मा का। परमात्मा तेरा अंगीकार होवेगा, तेरी सहायता करेगा। हुण ओ आ गया तो ओ एक वचन है। जदों भी ओ दा हाहा उड़ जाए तो ईड़ी शिहारी नाल आ जाए, ओ दा बहुवचन है। जिवें ओए जो दिसै अंबर तारे, किन ओए चीते चीतन हारे, हुण तारे बहुते ने, ओए जो दिसै अंबर तारे, ओ जिहड़े तारे दिसदे ने बहु गिनती ने, ज़्यादे ने, बहुवचन ने, किन ओए चीते चीतन आ रहे हो, किन्ने उत्थे खिलारे ने, तो ओ एक वचन, ओए बहुवचन। इसे तरह दद्दे नाल अंत, तद्दे नाल खजाना। चार दे रारे नूं शिहारी है ते गिनती दा चार है, चार दे रारे नूं शिहारी नहीं ते ओ सुंदरता वास्ते है, ब्यूटीफुल वास्ते है। गावे को गुण वडियाइयां चार, रारे नूं शिहारी नहीं। ये चार की है? सुंदर। कई तेरियां सोहणियां वडियाइयां करते हैं, तो जिथे गिनती ली आ जाए उथे फिर 4 दिन अपनी नौबत चले बजाए, 4 दे रारे नूं शिहारी आ जाएगी। जिथे भी रारे नूं शिहारी आ जाए, अखां मीट के ओहदे अर्थ गिनती दे हिंदसे दे 4 कर दिओ। पूरे गुरु ग्रंथ साहब च ये मैथड काम करता है। खैर, रमैया गुण गाइए जां ते पाइए परम निधान, सोहणे राम दे गुण गाइए ताकि उत्थे सानू परम निधान की प्राप्ति हो जाए। जदों तुहानू परम निधान की प्राप्ति होवेगी तां फिर मनुख सुरग की इच्छा नहीं रखता। सालाही साला एती सुरत ना पाइए, नदियां अतै वाह पवै समुंद ना जानिए, समुंद शाह सुल्तान गिरहा सेती माल धन, कीड़ी तुल ना होवनी जे तिस मनो ना विसरै। रोज अमृत वेले जपजी साहब विच पढ़दे हो, हजूर बख्शिश करते ने बई सालाउण योग अकाल पुरख वैगुरु की सिफत सलाह करया कर। सालाही साला एती सुरत ना पाइया, सिफत सलाह करेगा तो बहुत कुछ प्राप्त होवेगा, पर यह नहीं पता लगेगा भी वाहगुरु कितना को वड्डा है। क्यों नहीं पता लगेगा महाराज? आखन लगे नदियां आतै वाह पवै समुंद ना जानिए, नदियां ते उन्हां दे वहण समुंदर विच डिग के समुंदर दा रूप हो जाते हैं, पर यह नहीं बाहर आके दसदे भी समुंदर मिठा है कि खारा है, कितना लम्मा है, कितना चौड़ा है, कितना डूंगा है, व्याख्या नहीं करते, अभेद हो जाते हैं उहदे विच। इसे तरह सिफत सलाह करन वाला सिफत सलाह करदा करदा उहदे विच अभेद ते हो जाता है, पर उहदी मुकम्मल व्याख्या, उहदा मुकम्मल अंत नहीं पा सकता। इसलिए नदियां आतै वाह पवै समुंद ना जानिए, समुंद शाह सुल्तान गिरहा सेती माल धन, कीड़ी तोल ना होवनी जे तिस मनो ना विसरै। एक पासे वो बंदा जिहड़ा बड़ा धनवान है,
ਜਿਹਦੇ ਕੋਲ ਪਹਾੜਾਂ ਜਿੱਡੇ ਉੱਚੇ ਮਾਇਆ ਦੇ ਢੇਰ ਨੇ ਤੇ ਸਮੁੰਦਰਾਂ ਜਿੱਡੇ ਡੂੰਘੇ ਖਜ਼ਾਨੇ ਭਰੇ ਹੋਏ ਨੇ, ਪਰ ਨਾਮ ਨਹੀਂ ਜਪਦਾ। ਇੱਕ ਪਾਸੇ ਸਧਾਰਨ ਜਿਹਾ ਕੀੜੇ ਮਕੌੜੇ ਵਰਗਾ ਹੀ ਲੋਕੀ ਉਹਨੂੰ ਸਮਝਦੇ ਨੇ, ਪਰ ਉਹ ਨਾਮ ਜਪਦਾ ਹੈ। ਤੇ ਕਹਿੰਦੇ ਨੇ ਉਸ ਨਾਮ ਜਪਣ ਵਾਲੇ ਸਧਾਰਨ ਕੀੜੇ ਮਕੌੜੇ ਵਰਗੇ ਵਿਅਕਤੀ ਦਾ ਮੁਕਾਬਲਾ ਉਹ ਵਿਅਕਤੀ ਨਹੀਂ ਕਰ ਸਕਦਾ ਜਿਹਦੇ ਕੋਲ ਪਹਾੜਾਂ ਜਿੱਡੇ ਉੱਚੇ ਢੇਰ ਨੇ ਮਾਇਆ ਦੇ, ਤੇ ਕੈਥੇਫਿਕ ਸਾਗਰ ਜਿਹੜਾ 5 ਮੀਲ ਡੂੰਘਾ ਹੈ, ਏਡੇ ਏਡੇ ਡੂੰਘੇ ਖਜ਼ਾਨੇ ਨੇ, ਉਹ ਵੀ ਨਾਮ ਜਪਣ ਵਾਲੇ ਦਾ ਮੁਕਾਬਲਾ ਨਹੀਂ ਕਰ ਸਕਦਾ। ਕਿਉਂਕਿ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਇਸ ਲਈ ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਗਿਰਹਾ ਮੈਨੇ ਪਹਾੜ ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੈ। ਭਾਵੇਂ ਕੀੜੀ ਵਰਗਾ ਮਨੁੱਖ ਹੈ, ਉਹਦੇ ਮਨ ਚੋਂ ਵੈਗਰੂ ਨਹੀਂ ਵਿਸਰਦਾ, ਤੇ ਉਹਦਾ ਮੁਕਾਬਲਾ ਤਨਾੜ ਤੋਂ ਤਨਾੜ ਵਿਅਕਤੀ ਵੀ ਨਹੀਂ ਕਰ ਸਕਦਾ। ਇਹ ਬਾਣੀਕਾਰਾਂ ਦਾ ਨਜ਼ਰੀਆ ਹੈ। ਸਧਾਰਨ ਵਿਅਕਤੀ ਦਾ ਨਜ਼ਰੀਆ ਹੋਰ ਹੈ, ਉਹ ਤੇ ਮਾਇਆ ਵਾਲੇ ਨੂੰ ਵੱਡਾ ਸਮਝਦਾ ਹੈ। ਇਸ ਵਾਸਤੇ ਰਮਈਆ ਗੁਣ ਗਾਈਏ, ਸੋਹਣੇ ਰਾਮ ਦੇ ਗੁਣ ਗਾ, ਸੁਰਗਵਾਸ ਨਾ ਇੱਛਾ ਰੱਖ ਤੇ ਨਰਕ ਵਿੱਚ ਜਾਣ ਤੋਂ ਡਰ ਨਾ। ਇਹਨਾਂ ਚਿੰਤਾਵਾਂ ਨੂੰ ਲਾਲਸਾਵਾਂ ਨੂੰ ਛੱਡ ਕੇ ਤੂੰ ਕੀ ਕਰ, ਰਮਈਆ ਦੇ ਸੋਹਣੇ ਗੁਣ ਵਾਹਿਗੁਰੂ ਦੀ ਸਿਫਤ ਸਲਾਹ ਕਰ, ਜਾਂ ਤੇ ਪਾਈਏ ਪਰਮ ਨਿਦਾਨ। ਅਗਲਾ ਪਦਾ, ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ। ਇਹ ਸ਼ਬਦ ਦਾ ਦੂਜਾ ਪਦਾ ਹੈ। ਪਹਿਲਾ ਪਦਾ ਦੂਜਾ ਰਹਾਉ ਵਾਲਾ ਹੈ, ਉਹਨੂੰ ਗਿਣਤੀ 'ਚ ਨਹੀਂ ਲਿਆ ਜਾਂਦਾ। ਇਹ ਜਿਹੜਾ ਪਦਾ ਮੈਂ ਪੜ੍ਹ ਰਿਹਾ ਹੈ ਦੂਜਾ ਹੈ। ਮਹਾਰਾਜ ਭਗਤ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਫਿਰ ਇਸ ਪ੍ਰਕਾਰ ਕਿਆ ਜਪ ਕਿਆ ਤਪ ਸੰਜਮੋ ਕਿਆ ਬ੍ਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਜੁਗਤ ਸ਼ਬਦ ਵਰਤਿਆ ਜਾਂਦਾ ਹੈ। ਪਿਆਰਿਓ, ਜੁਗਤ ਤੋਂ ਬਿਨਾਂ ਕਾਮਯਾਬੀ ਨਹੀਂ ਮਿਲਦੀ। ਕੋਈ ਵੀ ਕੰਮ ਕਰਨਾ ਹੈ ਨਾ, ਉਹਦੀ ਜੁਗਤ ਹੈ। ਹੁਣ ਤੁਸੀਂ ਬੱਚਿਆਂ ਨੂੰ ਡਿਪਲੋਮੇ ਕਰਾਉਂਦੇ ਹੋ, ਡਿਗਰੀਆਂ ਕਰਾਉਂਦੇ ਹੋ, ਕਾਹਦੇ ਵਾਸਤੇ? ਜੁਗਤ ਆ ਜਾਏ ਬਈ ਤੇਰੇ ਕੋਲ ਕੋਈ ਸਕਿੱਲ ਹੈ। ਹੁਣ ਸਕਿੱਲ ਕੀ ਹੈ? ਜੁਗਤ ਹੈ। ਤੂੰ ਕੋਈ ਇਹ ਜਿਹੜਾ ਕੰਮ ਕਰਨਾ ਚਾਹੁੰਦਾ ਹੈ, ਤੂੰ ਇਹ ਕਿਤੋਂ ਸਿੱਖਿਆ? ਹਾਂਜੀ, ਮੇਰੇ ਕੋਲ ITI ਦਾ ਡਿਪਲੋਮਾ ਹੈ। ਹਾਂਜੀ, ਮੈਂ ਫਲਾਂ ਅਕੈਡਮੀ ਦੇ ਵਿੱਚੋਂ ਡਿਗਰੀ ਪ੍ਰਾਪਤ ਕੀਤੀ ਹੈ। ਤਾਂ ਉਹ ਉਹਨੂੰ ਫਿਰ ਵੱਲ ਆ ਜਾਂਦਾ ਹੈ, ਬੇਸਿਕ ਗੱਲਾਂ ਦਾ ਪਤਾ ਲੱਗ ਜਾਂਦਾ ਹੈ। ਤਾਂ ਜਦੋਂ ਤੱਕ ਜੁਗਤ ਨਹੀਂ, ਉਦੋਂ ਤੱਕ ਗੱਲ ਨਹੀਂ। ਵੇਖੋ ਜੁਗਤ ਕੀ, ਇਹਨੂੰ ਥੋੜਾ ਜਿਹਾ ਸਮਝ ਲਓ। ਹਾਥੀ ਨੂੰ ਪਕੜਨਾ ਹੈ ਤੇ ਜਾ ਕੇ ਉਹਨੂੰ ਜੱਫਾ ਮਾਰ ਲਓ, ਤੇ ਹਾਥੀ ਤੇ ਮਾਰਦਾ ਹੈਗਾ ਨਾ ਸਾਨੂੰ। ਸ਼ੇਰ ਨੂੰ ਪਕੜਨਾ, ਜੁਗਤ ਤੋਂ ਬਿਨਾਂ ਨਹੀਂ ਪਕੜੇ ਜਾਂਦੇ ਨਾ। ਹਾਥੀ ਨੂੰ ਪਕੜਨਾ, ਟੋਇਆ ਪੁੱਟਣਾ ਪੈਂਦਾ ਹੈ, ਕਮਜ਼ੋਰ ਕੱਖਾਂ ਦਾ ਛੱਤ ਪਾਣਾ ਪੈਂਦਾ ਹੈ, ਫਿਰ ਉਹ ਉੱਥੇ ਕਾਲਬੂਤ ਦੀ ਹਸਤਨੀ ਖੜੀ ਕਰਨੀ ਪੈਂਦੀ ਹੈ, ਉਹ ਡਿੱਗ ਪੈਂਦਾ ਹੈ ਤੇ ਮਾਵਤ ਕਾਬੂ। ਇਹ ਕੀ ਹੈ? ਇਹ ਜੁਗਤ ਹੈ। ਕਿਸੇ ਨੂੰ ਚੱਕੀ ਦੇ ਪੁੜ ਕਹੀਏ ਵੀ ਸਿਰ ਤੇ ਚੁੱਕ ਕੇ ਉੱਥੇ ਰੱਖਿਆ ਤੇ ਉਹਦਾ ਕੀ ਅਸਰ ਹੋਵੇਗਾ? ਧੌਣ ਟੁੱਟ ਜਾਏਗੀ, ਸਰੀਰ ਨੂੰ ਖੇਚਲ ਹੋਵੇਗੀ। ਹੁਣ ਜੁਗਤ ਕੀ ਹੈ? ਉਹਨਾਂ ਹੀ ਪੁੜਾਂ ਨੂੰ, ਜੇ ਮਜਬੂਰੀ ਹੈ ਕੋਈ ਵਹੀਕਲ ਨਹੀਂ, ਉਹਨਾਂ ਹੀ ਪੁੜਾਂ ਨੂੰ ਉਹ ਪਹੀਏ ਵਾਂਗੂ ਰੇੜ ਕੇ ਲੈ ਜਾਏ, ਤੇ ਇਹ ਜੁਗਤ ਹੈ। ਹਾਥੀ ਨੂੰ ਟੋਇਆ ਪੁੱਟ ਕੇ ਕਾਲਬੂਤ ਦੀ ਹਥਨੀ ਖੜੀ ਕਰਕੇ ਕੋਈ ਖੜਾ ਕਰਦਾ, ਇਹ ਜੁਗਤ ਹੈ। ਜੈਸੇ ਗੱਜ ਕੇਹਰ ਨਾ ਬਲ ਕੀਏ ਬਸ ਹੋਤ, जतन कह आनियत समत समत कह, जैसे पाट चाकी के मूड पे उठाए जा। ਚੱਕੀ ਦੇ ਪੁੜ ਸਿਰ ਤੇ ਤਾਂ ਨਹੀਂ ਨਾ ਚੁੱਕੇ ਜਾਂਦੇ, ਪਰ ਰੇੜ ਕੇ ਲਿਜਾਏ ਜਾਂਦੇ ਨੇ। ਇਸ ਗੱਲ ਨੂੰ ਕਹਿੰਦੇ ਜੁਗਤ। ਜੁਗਤ ਨਾਲ ਹਾਥੀ ਫੜ ਲਿਆ ਜਾਂਦਾ, ਜੁਗਤ ਨਾਲ ਸ਼ੇਰ ਫੜ ਲਿਆ ਜਾਂਦਾ, ਜੁਗਤ ਨਾਲ ਹੋਰ ਬਹੁਤ ਔਖੇ ਕੰਮ ਮਨੁੱਖ ਜਿਹੜਾ ਆਸਾਨੀ ਨਾਲ ਕਰ ਲੈਂਦਾ। ਪਰ ਜੇ ਜੁਗਤ ਨਾ ਹੋਵੇ ਤੇ ਪਿਆਰਿਓ ਫਿਰ ਉਹ ਨਹੀਂ ਹੁੰਦੇ। ਇਸ ਲਈ ਕਿਆ ਜਪ ਕਿਆ ਤਪ ਸੰਜਮੋ ਕਿਆ ਬ੍ਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀ ਹੈ ਭਾਓ ਭਗਤ ਭਗਵਾਨ। ਉਹ ਜੁਗਤ ਕੀ ਹੈ ਮੈਂ ਉਹ ਵੀ ਦੱਸਾਂਗਾ। ਜੁਗਤ ਇਹਦੇ ਵਿੱਚ ਮਹਾਰਾਜ ਨੇ ਕੀ ਦੱਸੀ ਹੈ ਉਹ ਆਪ ਜੀ ਦੇ ਚਰਨਾਂ 'ਚ ਮੈਂ ਅਰਜ਼ ਕਰਾਂਗਾ। ਪਰ ਮਹਾਰਾਜ ਕਹਿੰਦੇ ਨੇ ਜੇ ਜੁਗਤ ਨਹੀਂ, ਜਪ ਤਪ ਸੰਜਮ ਨੇਮ ਬ੍ਰਤ ਪੂਜਾ ਕੋਈ ਫੈਜ਼ ਨਹੀਂ ਪਹੁੰਚਾ ਸਕਦੇ, ਕੋਈ ਲਾਹਾ ਨਹੀਂ ਪਹੁੰਚਾ ਸਕਦੇ। ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੇ ਹਿਰਦੈ ਭਾਓ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਏ,
ਚਤੁਰਾਈ ਨਾ ਚਤਰ ਭੁਜ ਪਾਈਐ। ਪਰ ਹਰ ਕਾਮ ਕ੍ਰੋਧ ਅਹੰਕਾਰ, ਇਹ ਜਿਹੜੇ ਵਿਸ਼ੇ ਵਿਕਾਰ ਨੇ ਛੱਡਦੇ। ਫਿਰ ਕਹਿੰਦੇ ਨੇ ਕਰਮ ਕਰਤ ਬੰਦੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਉ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੈ ਰਘੁਰਾਇਆ। ਜਪ ਕੀ ਕਰੇਗਾ, ਤਪ ਕੀ ਕਰੇਗਾ, ਸੰਜਮ ਕੀ ਕਰੇਗਾ, ਭਾਵ ਕੁਛ ਨਹੀਂ ਕਰ ਸਕਦਾ ਜੇ ਜੁਗਤ ਨਹੀਂ ਤੇ। ਵਰਤ ਪੂਜਾ ਕੀ ਕਰੇਗਾ, ਜਾ ਕੇ ਹਿਰਦੈ ਭਾਉ ਹੈ ਦੂਜਾ। ਇੱਕ ਤੇ ਜੁਗਤ ਇੱਥੇ ਦੱਸ ਦਿੱਤੀ। ਜੁਗਤ ਕੀ ਹੈ? ਪ੍ਰੇਮ ਨਾਲ ਭਗਤੀ ਕਰਨੀ ਜੁਗਤ ਹੈ। ਪ੍ਰੇਮ ਨਾਲ ਭਗਤੀ ਕਰਨੀ। ਵੈਗਰੂ ਵੈਗਰੂ ਕਹਿਣਾ ਹੈ, ਪਰ ਕਿੱਦਾਂ ਕਹਿਣਾ ਪਤਾ? ਮੈਂ ਛੋਟੀ ਜਿਹੀ ਅਰਜ਼, ਤੁਹਾਡੇ 30 ਸੈਕਿੰਡਸ ਆਏ ਹੋਣਗੇ। ਇਹ ਸ਼ਬਦ ਹੈ ਦੋ ਤਰ੍ਹਾਂ ਗੁਰਬਾਣੀ 'ਚ, ਇੱਕ ਹਾਹੇ ਨੂੰ ਹੁਸ਼ਿਆਰੀ ਨਾਲ ਹੈ ਤੇ ਇੱਕ ਸਿੱਧਾ ਹੀ ਹੈ ਵਾਹਿਗੁਰੂ। ਵਾਹਿਗੁਰੂ ਤੇਰਾ ਸਭ ਸਦਕਾ। ਹੁਣ ਇਹਨੂੰ ਥੋੜਾ ਜਿਹਾ ਸਮਝ ਲਓ। ਛੋਟਾ ਜਿਹਾ ਬੱਚਾ ਹੈ, ਉਸ ਬੱਚੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਦਿੱਤਾ ਜਿਹੜਾ ਕੰਮ ਬੱਚੇ ਕਰ ਹੀ ਨਹੀਂ ਸਕਦੇ। ਬੱਚਿਆਂ ਤੋਂ ਉਮੀਦ ਹੀ ਨਹੀਂ ਰੱਖੀ ਜਾ ਸਕਦੀ ਵੀ ਏਡਾ ਔਖਾ ਕੰਮ, ਏਡਾ ਭਾਰਾ ਕੰਮ, ਇਦਾਂ ਦਾ ਰਿਸਕੀ ਕੰਮ ਬੱਚਾ ਵੀ ਕਰ ਸਕਦਾ। ਹੁਣ ਉਹ ਬੱਚੇ ਨੇ ਤੁਹਾਡੇ ਸਾਹਮਣੇ ਉਹ ਕੰਮ ਕਰ ਦਿੱਤਾ ਔਰ ਤੁਹਾਡੀ ਬਾਹ ਫੜ ਕੇ ਲਿਜਾ ਕੇ ਕਹੇ ਵੀ ਆਹ ਦੇਖੋ ਮੈਂ ਏਦਾਂ ਕਰ ਦਿੱਤਾ, ਤੇ ਅਚਨਚੇਤ ਤੁਹਾਡੇ ਮੂੰਹ ਚੋਂ ਕੀ ਨਿਕਲੇਗਾ? ਵਾਹ ਬਈ ਵਾਹ। ਹੁਣ ਜਿਹੜਾ ਉਹ ਵਾਹ ਹੈ ਨਾ, ਇੱਕਦਮ ਜਿੱਦਾਂ ਸਰਪ੍ਰਾਈਜ਼ ਤੁਹਾਨੂੰ ਕੋਈ ਦਿੰਦਾ, ਇੱਕਦਮ ਅਚਾਨਕ ਤੁਹਾਨੂੰ ਇਦਾਂ ਉਹਨੇ ਲਿਜਾ ਕੇ ਜਦੋਂ ਵਿਖਾਇਆ ਜਿਹਦੀ ਸਾਨੂੰ ਉਹਦੇ ਤੋਂ ਉਮੀਦ ਨਹੀਂ, ਤੇ ਸਾਡੇ ਮੂੰਹ ਆਪ ਮੁਹਾਰੇ ਨਿਕਲ ਜਾਂਦਾ ਵਾਹ। ਇਦਾਂ ਵਾਹਿਗੁਰੂ ਮੂੰਹ ਚੋਂ ਨਿਕਲੇ ਫਿਰ ਸਵਾਦ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੁਸੀਂ ਕਿਸੇ ਉੱਚੀ ਟਿੱਬੀ ਤੇ ਜਾ ਕੇ ਡਲਹੌਜ਼ੀ ਖੜੇ ਹੋ, ਕੁਦਰਤ ਦੇ ਰਮਣੀਕ ਨਜ਼ਾਰੇ ਵੇਖ ਕੇ, ਕਿਤੇ ਪਹਾੜਾਂ ਤੇ ਬਰਫ਼ ਥੋੜੀ ਥੋੜੀ ਪਈ ਏ, ਕਿਤੇ ਪੰਛੀ ਚਹਿਚਹਾ ਰਹੇ ਨੇ, ਕਿਤੇ ਪਾਣੀ ਦੇ ਝਰਨੇ ਵਗ ਰਹੇ ਨੇ, ਔਰ ਤੁਹਾਡੇ ਮੂੰਹ ਚੋਂ ਨਿਕਲ ਜਾਏ ਵਾਹ। ਉਹ ਹੈ ਕੁਦਰਤ ਨੂੰ ਵੇਖ ਕੇ ਕਾਦਰ ਦੇ ਦੀਦਾਰ ਕਰਨੇ। ਕਿਤੇ ਵਾਹਿਗੁਰੂ ਦਾ ਕੋਈ ਹੋਰ ਕੌਤਕ ਵੇਖ ਕੇ ਮੂੰਹ ਚੋਂ ਵਾਹ ਨਿਕਲ ਜਾਏ, ਉਹ ਇੱਕ ਵਾਰੀ ਨਿਕਲਿਆ ਹੋਇਆ ਜਿਹੜਾ ਹੈ ਨਾ, ਉਹ ਕਈ ਯੁੱਗਾਂ ਦੀ ਤਪੱਸਿਆ ਨੂੰ ਪਿੱਛੇ ਛੱਡ ਜਾਂਦਾ ਹੈ, ਕਿਉਂਕਿ ਉਹਨੂੰ ਅੰਦਰੋਂ ਮਾਣ ਕੇ ਮੂੰਹ ਚੋਂ ਵਾਹ ਨਿਕਲਿਆ। ਤੇ ਜੇ ਗੁਰੂ ਦਾ ਕੋਈ ਕੌਤਕ ਇਸ ਤਰ੍ਹਾਂ ਦਾ, ਗੁਰੂ ਦੀ ਬਖਸ਼ਿਸ਼ ਨਜ਼ਰ ਆ ਜਾਏ, ਫਿਰ ਤੇ ਸੁਭਾਵਕ ਮੂੰਹ ਚੋਂ ਨਿਕਲੇਗਾ ਵਾਹ ਗੁਰੂ, ਵਾਹ ਗੁਰੂ। ਤੋ ਇਹ ਹੈ ਪ੍ਰੇਮ ਨਾਲ ਕਹਿਣਾ। ਉਂਝ ਕਹਿਣਾ ਮਾੜੀ ਗੱਲ ਨਹੀਂ, ਪਰ ਕੋਸ਼ਿਸ਼ ਕਰੀਏ ਇਦਾਂ ਕਹੀਏ, ਉਹਦੇ ਕੌਤਕ ਵੇਖ ਕੇ, ਉਹਦੀ ਬਖਸ਼ਿਸ਼ ਦੇ ਆਨੰਦ ਜਿਹੜੇ ਨੇ ਉਹਨੂੰ ਮਾਨ ਕੇ ਫਿਰ ਮੂੰਹ ਚੋਂ ਵਾਹਿਗੁਰੂ ਨਿਕਲੇ। ਫਿਰ ਏਕ ਚਿਤ ਜੇ ਇੱਕ ਛਿਨ ਤੇ ਆਇਓ, ਕਾਲ ਫਾਂਸ ਕੇ बीच ना आयो। नहीं ते क्या जप क्या तप क्या व्रत पूजा, जाके हृदय भाव है दूजा। भाव मैंने प्यार, प्यार ते किसे होर नू करना है, ते जाहिर रब नू करना है भी मैं तेनू प्यार करना, फिर किवें गल बनेगी। रब नू प्यार करना है ते फिर रब नू ही कर। प्यार ते एक नाल ही हुंदा है ना, जिहड़े ज्यादिਆਂ नाल करन उन्हां नू ते लोक हरजाई कहंदे ने ना, बेवफा भी कहंदे ने। तुसीं ਉਹ कथा ते बड़ी वार सुनी होवेगी। माली बगीची विच टहल रहा सी, बहार सी, चमन विच फुल खिड़े सन, और चमन विच फुल खिड़े होण, बगीची विच फुल खिड़े होण, बहार होवे ते ये आम तौर ते बहार आउंदी भी मिठी रुत च ही है। रुत भी बड़ी सोहनी हुंदी है, साडी बॉडी दे अनुकूल हुंदी है, ते रंग बरंगे सोहने सोहने फुल खिड़े, और वो माली उहदे विच रंबा लैके इधर उधर विचर रहा, बड़ा प्रसन्न, बगीची बड़ी खिड़ी हुई है। ते की उहने तकिया भी एक ना भौरा आया, भौरा, और भौरा चंचल हुंदा ना, एक फुल दे कोल भूं भूं करके दुआले उहदे घुम के उहनूं सुंघिया, फिर दूजे कोल टुर गया, तीजे कोल टुर गया। अज फुरसत सी, माली भी कच्छां च हत्थ दे के खड़ा हो गया, बड़े गौर नाल भौरे नूं तक्किया। उन सारी बगीची दे विच सारे फुल्लां दा आनंद लिया, पर एक फुल इस तरह का सी जिहदे कोल भौरा नहीं गया।
ਮਾਲੀ ਨੂੰ ਸ਼ੁਭਾ ਹੋਇਆ ਇਹ ਫੁੱਲ ਕਿਤੇ ਬਿਮਾਰ ਤੇ ਨਹੀਂ, ਕਿਤੇ ਇਹ ਖੁਸ਼ਬੂਹੀਨ ਤੇ ਨਹੀਂ, ਤੇ ਇਹ ਥੱਲੇ ਬੈਠਾ ਗੋਡਾ ਮੂਧਾ ਮਾਰ ਕੇ ਉਸ ਫੁੱਲ ਦੇ ਕੋਲ ਨਾਸਕਾ ਕਰਕੇ ਇਹਨੇ ਉਹਨੂੰ ਸੁੰਘਿਆ। ਕਹਿਣ ਲੱਗਾ ਵੀ ਖੁਸ਼ਬੂ ਵੀ ਆ ਰਹੀ ਹੈ, ਐਸੀ ਗੱਲ ਨਹੀਂ ਵੀ ਖੁਸ਼ਬੂ ਨਹੀਂ, ਔਰ ਕੋਮਲ ਵੀ ਹੈ, ਸੋਝ ਵੀ ਹੈ। ਫੁੱਲ ਦੇ 3 ਗੁਣ ਹੁੰਦੇ ਨੇ ਨਾ, ਸੋਹਣਾ ਲੱਗਦਾ ਹੈ, ਖੁਸ਼ਬੂ ਹੁੰਦੀ ਹੈ, ਕੋਮਲ ਹੁੰਦਾ ਹੈ, ਉਹ ਤਿੰਨੇ ਗੁਣ ਮੌਜੂਦ ਸਨ। ਤੋ ਮਾਲੀ ਕਹਿਣ ਲੱਗਾ ਵੀ ਚੰਪਾ ਇੱਕ ਗੱਲ ਦੱਸ, ਭੌਰਾ ਆਇਆ ਹਰੇਕ ਫੁੱਲ ਦੀ ਉਹਨੇ ਸੁਗੰਧੀ ਲਈ, ਮੈਂ ਬੜੇ ਗੌਰ ਨਾਲ ਵੇਖਿਆ ਤੇਰੇ ਕੋਲ ਆਇਆ ਹੀ ਨਹੀਂਗਾ, ਕਿਉਂ ਨਹੀਂ ਆਇਆ ਤੇਰੇ ਕੋਲ? ਤਾਂ ਉਹ ਚੰਪਾ ਦਾ ਫੁੱਲ ਅੱਗੋਂ ਮਾਲੀ ਨੂੰ ਕਹਿਣ ਲੱਗਾ, ਮਾਲੀ ਗੱਲ ਇਹ ਨਹੀਂ ਵੀ ਉਹ ਮੇਰੇ ਕੋਲ ਆਇਆ ਨਹੀਂ, ਇੱਕ ਦਿਨ ਤੂੰ ਬਗੀਚੀ ਵਿੱਚ ਨਹੀਂ ਸੈਂ, ਉਹ ਆਇਆ ਸੀ। ਵਾਹਿਗੁਰੂ ਵਾਹਿਗੁਰੂ। ਕੋਈ ਨਹੀਂ ਗੁਰੂ ਪਿਆਰਿਓ, ਤੁਸੀਂ ਸੁਰਤ ਸ਼ਬਦ ਵਿੱਚ ਰੱਖੋ। ਇੱਕ ਵਾਰੀ ਸਾਰੀ ਸੰਗਤ ਕਿਰਪਾ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਇੰਨੇ ਗਵਾਚ ਗਏ ਆ ਅਸੀਂ। ਮੈਂ ਕਈ ਵਾਰ ਅਰਜ਼ ਕਰਨਾ, ਹੁਣ ਦੇਖੋ ਜੇ ਤੇ ਸੁਧਾਰ ਕਰਨਾ ਹੈ ਫਿਰ ਤੇ ਭੈੜੇ ਬਣਨਾ ਪਏਗਾ। ਹਰਮਨ ਪਿਆਰੇ ਬਣ ਕੇ ਸੁਧਾਰ ਨਹੀਂ ਕੀਤਾ ਜਾਂਦਾ। ਪਹਿਲਾਂ ਅਰਦਾਸਾਂ ਕਰਦੇ ਨਹੀਂ ਥੱਕਦੇ, ਕਿਰਪਾ ਕਰ ਦਿਓ ਜੀ ਇੱਕ ਬੱਚਾ, ਕਿਰਪਾ ਕਰ ਦਿਓ ਜੀ ਇੱਕ ਬੱਚਾ, ਫਿਰ ਕਿਰਪਾ ਮਗਰ ਮਗਰ ਭੱਜੀ ਫਿਰਦੀ, ਸੰਭਾਲੀ ਨਹੀਂ ਜਾਂਦੀ। ਕੱਲ ਇੱਥੇ ਦੀਵਾਨ ਚੱਲੇ, ਇੱਕ ਬੱਚਾ ਪਿੱਛੋਂ ਦੀ ਜਾ ਕੇ ਤਾਬਿਆ ਚੜ ਗਿਆ। ਉਹ ਮੈਂ ਕਿਹਾ ਭਰਾ ਕਿਰਪਾ ਸੰਭਾਲ ਆਪਣੀ। ਪਹਿਲਾਂ ਅਸੀਂ ਅਰਦਾਸਾਂ ਕਰਾਂਦੇ ਥੱਕਦੇ ਨਹੀਂਗੇ, ਤੇ ਫਿਰ ਇਹ ਕਿਰਪਾ ਸਾਡੇ ਕੋਲੋਂ ਸੰਭਾਲੀ ਨਹੀਂ ਜਾਂਦੀ। ਭਾਈ ਫਿਰ ਜੇ ਸੰਭਾਲਣੀ ਹੋਈ ਨਹੀਂ ਤੇ ਇੰਨੀ ਤਵੱਜੋ ਕਿਉਂ ਅਸੀਂ ਦਿੰਦੇ ਆ? ਤੋ ਇਹ ਧਾਰਮਿਕ ਸਥਾਨਾਂ ਤੇ ਇੱਕ ਬੜੀ ਵੱਡੀ ਸਮੱਸਿਆ ਹੈ, ਜਿਹਦੇ ਵੱਲ ਮੈਂ ਬੇਨਤੀ ਕਰਾਂਗਾ ਵੀ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਇਹਨੂੰ ਅਸੀਂ ਸਕੂਲ ਸਮਝਿਆ ਹੀ ਨਹੀਂਗਾ। ਹਕੀਕਤ ਇਹ ਹੈ ਵੀ ਅਸੀਂ ਬੜੇ ਬੜੇ ਆਲੀਸ਼ਾਨ ਗੁਰਦੁਆਰੇ ਕਰੋੜਾਂ ਅਰਬਾਂ ਰੁਪਈਆ ਖਰਚ ਦਿੱਤਾ ਹੈ, ਪਰ ਜਿਸ ਪ੍ਰਯੋਜਨ ਲਈ ਖਰਚਿਆ ਹੈ ਉਹ ਬਹੁਤ ਘੱਟ ਥਾਵਾਂ ਦੇ ਉੱਤੇ ਉਹਨੂੰ ਅਸੀਂ ਇੰਪਲੀਮੈਂਟ ਕਰ ਪਾਉਂਦੇ ਹਾਂ। ਤੋ ਇਹ ਵੀ ਸਾਨੂੰ ਧਿਆਨ ਦੇਣਾ ਚਾਹੀਦਾ। ਅਸੀਂ ਬੱਚਿਆਂ ਨੂੰ ਲੈ ਕੇ ਆਉਣਾ ਹੈ, ਇਹ ਨਹੀਂ ਲੈ ਕੇ ਹੀ ਨਹੀਂ ਆਉਣਾ। ਬੱਚੇ ਨੇ, ਉਹਨਾਂ ਨੂੰ ਤੇ ਪਤਾ ਹੀ ਨਹੀਂਗਾ ਅਸੀਂ ਕੀ ਕਰ ਰਹੇ ਹਾਂ। ਉਹ ਥੋੜਾ ਗਿਲਟੀ ਨੇ, ਉਹ ਦੋਸ਼ੀ ਨਹੀਂ ਗੇ, ਪਰ ਸਾਨੂੰ ਥੋੜਾ ਜਿਹਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਵੀ ਅਸੀਂ ਬੱਚਿਆਂ ਨੂੰ ਗੁਰਦੁਆਰੇ ਲਿਆਉਣ ਤੋਂ ਪਹਿਲਾਂ ਥੋੜਾ ਟ੍ਰੇਨ ਕਰੀਏ, ਤੇ ਜੇ ਬੱਚੇ ਬਹੁਤ ਛੋਟੇ ਨੇ ਤੇ ਉਹਨਾਂ ਦੀ ਹਿਫਾਜ਼ਤ, ਉਹਨਾਂ ਨੂੰ ਅਸੀਂ ਚੁੱਕ ਕੇ ਰੱਖੀਏ, ਉਹਨਾਂ ਨੂੰ ਅਸੀਂ ਉਂਗਲ ਪਕੜਾ ਕੇ ਰੱਖੀਏ, ਜਾਂ ਕਿਸੇ ਵੇਲੇ ਬੱਚਾ ਨਾ ਹੀ ਮੰਨੇ, ਮਾਂ ਦੇ ਬੱਚਾ ਹੈ ਉਹ ਨਹੀਂ ਕਈ ਵਾਰ ਸਮਝਦਾ, ਤਾਂ ਮਾਂ ਉਸ ਬੱਚੇ ਨੂੰ ਲੈ ਕੇ ਥੋੜੀ ਡਿਸਟੈਂਸ ਬਣਾ ਲਵੇ ਤਾਂ ਕਿ ਬਾਕੀ ਸੰਗਤ ਦਾ ਵਕਤ ਜਿਹੜਾ ਹੈ ਉਹ ਜ਼ਾਇਆ ਨਾ ਹੋਵੇ। ਪਰ ਇਹ ਤਾਂ ਹੋਵੇਗਾ ਜੇ ਇਹਨੂੰ ਤੁਸੀਂ ਕਲਾਸ ਸਮਝੋਗੇ। ਜੇ ਗੁਰੂ ਰਾਮਦਾਸ ਦੀ ਪੰਕਤੀ ਸਮਝ ਵਿੱਚ ਆਵੇਗੀ, ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਇਹ ਪਾਠਸ਼ਾਲਾ ਹੈ, ਇਹ ਮਦਰਸਾ ਹੈ, ਇਹ ਸਕੂਲ ਹੈ, ਔਰ ਮੈਂ ਤੇ ਭਾਈ ਸਕੂਲ ਸਮਝ ਕੇ ਆਪਣੇ ਆਪ ਨੂੰ ਇੱਕ ਅਦਨਾ ਜਿਹਾ ਟੀਚਰ ਬਣਾ ਕੇ ਤਿਆਰੀ ਕਰਕੇ ਆਉਣ ਦੀ ਕੋਸ਼ਿਸ਼ ਕਰਨਾ। ਮੈਂ ਤੈਨੂੰ ਵਾਧੂ ਜਿਹਾ ਕੰਮ ਔਰ ਇੰਜੋਇਮੈਂਟ ਜਿਹਾ ਕੰਮ ਨਹੀਂ, ਮੈਂ ਤੇ ਇੱਕ ਜ਼ਿੰਮੇਵਾਰੀ ਨਾਲ ਆਉਣਾ ਵੀ ਜਿਹੜੇ ਸ਼ਬਦ ਦੀ ਟਰਮ ਹੈ ਮੈਂ ਉਹਨੂੰ ਐਕਸਪਲੇਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ। ਪਰ ਉਹਨਾਂ ਅੱਗੋਂ ਤੁਸੀਂ ਵੀ ਸੀਰੀਅਸ ਹੋਵੋ, ਅਸੀਂ ਸਾਰੇ ਉਹਨਾਂ ਸੰਸੀਅਰ ਹੋ ਕੇ ਉਸ ਗੱਲ ਨੂੰ ਫੋਲੋ ਕਰੀਏ ਤੇ ਤਾਂ ਹੀ ਕਾਮਯਾਬੀ ਮਿਲਦੀ ਹੈ। ਇਕੱਲਾ ਤੇ ਮੈਂ ਵੀ ਕੁਝ ਨਹੀਂ ਕਰ ਪਾਵਾਂਗਾ। ਇਸ ਵਾਸਤੇ ਸਨਿਮਰ ਬੇਨਤੀ ਹੈ, ਗੁੱਸਾ ਕਰਨ ਦੀ ਥਾਂ ਸੁਧਾਰ ਕਰੀਏ ਤਾਂ ਕਿ ਤੁਹਾਡਾ ਵੀ ਭਲਾ ਹੋਵੇ ਤੇ ਦੂਜਿਆਂ ਦਾ ਵਕਤ ਵੀ ਜਿਹੜਾ ਤੁਸੀਂ ਜਾਇਆ ਨਾ ਕਰੋ। ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ। क्या जप क्या तप संजमो क्या व्रत क्या इशनान, जब लग जुगत न जानिए भाओ भगत भगवान। क्या जप क्या तप क्या व्रत पूजा जाके हृदय भाओ है दूजा। जदों तक किसी होर दे प्रति भाओ है फिर किवें गल बनेगी। तेरे कोल भौरा क्यों नहीं आया? वो कहन लगी एक दिन आया सी, तू बगीची विच नहीं सै ਤੇ ਮੈਂ ਉਹਨੂੰ ਇੱਕ ਗੱਲ ਕਹੀ ਸੀ ਵੀ ਦੇਖ ਭੌਰੇ ਤੂੰ ਹਰਜਾਈ ਹੈ, ਤੂੰ ਇਹ ਦਰ ਦੇ ਉੱਤੇ ਸੀਸ ਝੁਕਾਉਣ ਵਾਲਾ। ਮੈਂ ਤੈਨੂੰ ਰੋਜ਼ ਤਾਕਣਾ ਵੀ ਤੂੰ ਬਗੀਚੀ ਦੇ ਹਰ ਫੁੱਲ ਕੋਲ ਜਾਣਾ, ਤੂੰ ਮੇਰੀ ਸੁਗੰਧੀ ਲੈਣ ਤੋਂ ਪਹਿਲਾਂ ਮੇਰੀ ਗੱਲ ਧਿਆਨ ਨਾਲ ਸੁਣ। ਤੇ ਭੌਰਾ ਕਹਿਣ ਲੱਗਾ ਸੁਣਾ। ਉਹ ਆਖਣ ਲੱਗੀ ਸੁਗੰਧੀ ਲੈ ਲੈ, ਪਰ ਸ਼ਰਤ ਇੱਕ ਹੈ ਵੀ ਜੇ ਮੇਰੇ ਕੋਲ ਆਉਣਾ ਹੈ ਨਾ ਤੇ ਮੈਂ ਫਿਰ ਹੋਰ ਕਿਸੇ ਕੋਲ ਨਹੀਂ ਜਾਣ ਦੇਣਾ। ਉਹਨੂੰ ਮਨਜ਼ੂਰ ਨਹੀਂ ਸੀ, ਮੈਂ ਉਹਨੂੰ ਕਦੀ ਕੋਲ ਬਹਿਣ ਹੀ ਨਹੀਂ ਦਿੱਤਾ, ਮੈਂ ਦੂਰੋਂ ਝਿੜਕ ਦੇਣੀ ਆ। ਚੰਪਾ ਤੁਝ ਮੈਂ 3 ਗੁਣ रूप रंग
ਅਰਬਾਸ ਤਿੰਨ ਗੁਣ ਹੁੰਦੇ ਨੇ ਫੁੱਲ ਦੇ। ਰੰਗ ਸੋਹਣਾ ਹੋਣਾ ਚਾਹੀਦਾ, ਰੂਪ ਹੋਣਾ ਚਾਹੀਦਾ ਤੇ ਖੁਸ਼ਬੂ ਹੋਣੀ ਚਾਹੀਦੀ। ਤੇਰੇ ਮੇਰੇ ਵਿੱਚ ਤਿੰਨੇ ਹੀ ਨੇ। ਪਰ ਇਹ ਅਵਗਣ ਤੁਝ ਵਿਖੇ ਭੌਰ ਨਾ ਬੈਠੇ ਪਾਸ। ਉਹ ਕਹਿਣ ਲੱਗੀ ਮਾਲੀ मुझ में तीन गुण रूप रंग अरबास, पर ठौड़ ठौड़ के मीत को कौन बिठावे पास। मैं दर दर ते जाण वालियां नूं नहीं कोल टुकण दिंदा, ये मेरे कोल तां नहीं आया। इसलिए जदों तक किसी दूजे दा प्यार है, क्या जप क्या तप क्या व्रत पूजा, जाके हृदय भाओ है दूजा, रे जन मन माधो स्यों लाइए। मन किसी होर विच ना ला, माधो नाल मन ला। मां धव, मां मैंने माया, धव मैंने पति। माया दा पति कौन? परमात्मा। मन माधो स्यों लाइए, चतुराई ना चतर भुज पाइए। चलाकियां नाल नहीं मिलता। दुनियावी पक्ष तो चलाकियां करके मनुख कई बार कामयाब हो जाता है, पर अध्यात्मक पक्ष विच भोला पा कामयाब हुंदा है। भोला पा अज्ञानता नहीं, अज्ञानता होर चीज है। अज्ञानता ना वाकफियत है, और भोला पा बच्चे वर्गा सुभाव है। बच्चा वैर दी पक्की गंढ अंदर नहीं बनता। असी पक्की गंढ बन लेने तो निर्वैर होना है अंदरों, क्योंकि निर्वैर ही नाम जप सकता है। जब धारे को बैरी मीत, तब लग नेचल ना ही चीत। ते जदों चित नेचल नहीं हुंदा, काहे को कीजै ध्यान जपन्ना, जब ते शुद्ध नहीं मन अपना। इस वास्ते बच्चों वर्गी बिरती बना के रखनी है, किसी नाल पक्का वैर दी गंढ अंदरों नहीं बनानी। क्या जप क्या तप क्या व्रत पूजा, जाके हृदय भाओ है दूजा, रे जन मन माधो स्यों लाइए। चतराई ना चतर पुज पाइए, पर हर लोभ और लोकाचार, पर हर काम क्रोध अहंकार, कर्म करत बंधे अहम एव, मिल पाथर की करही सेव। अखीर च कहंदे ने कहो कबीर भगत कर पाया, भोले पाए मिले रघुराया। बच्चों वाली बुद्धि बना लईए तो बड़ी छेती मिल जाता है। भाव अंदर वैर भावना रखीए। बच्चे विच वकार भी नहीं हुंदे, ये भी बेनती है। उहदे च काम क्रोध लोभ मोह अहंकार भी नहीं हुंदा, उहदे विच ईर्खा भी नहीं हुंदी, उहदे विच तृष्णा भी नहीं हुंदी। वध तों वध किसे टोए वाल उंगल करके कह देगा लै दिओ, किसे खाण वाली चीज़ वाल हत्थ करके कह देगा मैनू लै दिओ मैं खानी है। बस इतनी को लालसा हुंदी है। चौथे प्यार उपन्नी खेड, पंजवें खाण पीण की ताक। यही बिरती हुंदी है उदों। तो असी बुढ़े भी हो जाइए तो बच्चे बने रहिए अंदरों, फिर आनंद बड़ा है। बुढ़े होके भी बच्चे बने रहिए तो वह फिर अपना ही लुत्फ है। कोई कह गया माड़ी चंगी गल वो जाने मीनज जिन कही है वो जाने, जां फिर जिहड़ा सुन रहा है वो आपे देखेगा। मैं जज ना बना। हुण तो हर बंदा जज बनया बैठा। समस्या साडी ये है भी हर बंदा कहता मैं फैसला करना है, इन्हें आ गलती की, इन्हूं हुणे आ सज़ा दी जानी चाहिए, नहीं तो असीं इत्थों उठना नहींगा। भाई इदां किदां काम चलेगा? हर बंदा जज बन जाएगा तो मुजरिम वाले कटहरे च कौन खड़ा होगा, गवाह वाले कटहरे च कौन खड़ा होगा? धीरज बर्दाश्त का मादा होना चाहिए। सो भगत कबीर साहब महाराज बख्शिश कर रहे ने, जब लग जुगत ना जानी है। जुगत की है? प्रेमा भगती। प्रेम नाल वैगुरू दी भगती करनी है, फार्मैलिटी नहीं करनी। क्यों नहीं करनी जी? क्योंकि धन गुरु अंगद साहब सच्चे पातशाह कहते बद्धा चट्टी जो भरे, ना गुण ना उपकार। मारी दे जिहड़ा काम करने आ ना, उहदा लाभ नहीं हुंदा। शौक नाल जिहड़ा काम करिए, प्यार नाल जिहड़ा काम करिए, ਉਹਦੀ आउटपुट बहुत वधिया हुंदी है। इसलिए प्यार पैदा कर लईए। हुण जे प्रभु दे प्रति प्यार ना होवे अंदर, फिर की करिए जी? जे हुण प्यार है, नैचुरल है तो पौ मारा, पर हुण नैचुरल प्यार साडे अंदर उन्हें नहीं पाया तो हुण असीं कित्थों लियावीए? ਉਹਦੀ जुगत महाराज ने दसी है कि तां हजूर कहंदे ने बाणी च, साध संगत बिना भाव नहीं उपजे। तू हिरदे च प्यार पैदा करना है ते संगत विच जुड़िया कर। जे तेरे अंदर प्यार नहीं भी तो आहिस्ता आहिस्ता हौली हौली प्रभु दे प्रति प्यार बनना प्रारंभ हो जाएगा। ऐसा हजूर ने बाणी च कहा। साध संगत बिना भाव नहीं उपजे। जी भाव उपजाना क्यों है?
ਤਾਂ ਹਜ਼ੂਰ ਕਹਿਣ ਲੱਗੇ ਕਿਉਂਕਿ ਭਾਵ ਬਿਨ ਭਗਤ ਨਾ ਹੋਏ ਤੇਰੀ। ਜੀ ਭਗਤੀ ਕਿਉਂ ਕਰਨੀ ਹੈ? ਤੇ ਫਿਰ ਮਹਾਰਾਜ ਇਹਦਾ ਵੀ ਜਵਾਬ ਦਿੰਦੇ ਨੇ, ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ। ਫਿਰ ਕੀ ਕਹਿੰਦੇ ਨੇ, ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ। ਤੇ ਭਗਤ ਕੌਣ ਹੈ? ਜਿਹੜਾ ਭਗਤੀ ਕਰਦਾ। ਸੰਗਤ ਵਿੱਚ ਆ ਕੇ ਪ੍ਰੇਮ ਪੈਦਾ ਹੋਵੇਗਾ, ਪ੍ਰੇਮ ਦੇ ਨਾਲ ਭਗਤੀ ਹੁੰਦੀ ਹੈ, ਭਗਤੀ ਨਾਲ ਪ੍ਰਮਾਤਮਾ ਰੀਝਦਾ। ਇਹ ਇਸ ਤਰ੍ਹਾਂ ਅਗਾਂਹ ਸੰਗਲੀ ਬਣਦੀ ਜਾਂਦੀ ਹੈ, ਚੇਨ ਬਣਦੀ ਜਾਂਦੀ ਹੈ। ਇਸ ਵਾਸਤੇ ਭਾਈ ਪ੍ਰੇਮਾ ਭਗਤੀ ਦੇ ਨਾਲ ਨਾਮ ਜਪਣਾ ਇਹ ਜੁਗਤ ਹੈ। ਜਬ ਲਗ ਜੁਗਤ ਨਾ ਜਾਣੀਏ, ਨਾਲ ਲਿਖ ਦਿੱਤਾ ਹੈ ਭਾਓ ਭਗਤ, ਭਾਓ ਪ੍ਰੇਮ ਭਗਤ। ਪ੍ਰੇਮ ਨਾਲ ਭਗਤੀ ਕਰਨੀ ਭਾਈ ਇਹੀ ਜੁਗਤੀ ਹੈ, ਭਗਵਾਨ ਦੀ ਭਗਤੀ ਕਰਨੀ। ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨ ਰਚਿਆ ਸੋ ਹੋਏ। ਸੁਭਾਵਕ ਮਨੁੱਖ ਦੀ ਫਿਤਰਤ ਹੈ ਸਾਧ ਸੰਗਤ, ਜਿਹਦੇ ਵਿੱਚ ਦਾਸ ਵੀ ਸ਼ਾਮਲ ਹੈ। ਜਦੋਂ ਸਾਨੂੰ ਕੁਝ ਪ੍ਰਾਪਤ ਹੁੰਦਾ ਅਸੀਂ ਪ੍ਰਸੰਨ ਹੁੰਦੇ ਹਾਂ। ਸੰਪत्ति ਵੇਖ ਕੇ, ਰਿਜ਼ਕ ਵੇਖ ਕੇ, ਦੌਲਤ ਵੇਖ ਕੇ ਕਿਹਨੂੰ ਨਹੀਂ ਚੰਗਾ ਲੱਗਦਾ? ਸਾਰਿਆਂ ਨੂੰ ਚੰਗਾ ਲੱਗਦਾ। ਵਿਪਤਾ ਨੂੰ ਵੇਖ ਕੇ ਹਰੇਕ ਮਨੁੱਖ ਦੁਖੀ ਹੁੰਦਾ। ਪਰ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਜਦੋਂ ਸੰਪੈ ਹੋਵੇ ਨਾ, ਸੁਖ ਹੋਵੇ, ਸੰਪਦਾ ਹੋਵੇ, ਰਿਜ਼ਕ ਹੋਵੇ, ਮਾਨ ਸਨਮਾਨ ਹੋਵੇ, ਉਦੋਂ ਖਬਰਦਾਰ ਰਹਿਣਾ ਹੈ, ਉਦੋਂ ਹੰਕਾਰ ਵਿੱਚ ਨਹੀਂ ਆਉਣਾ। ਆਮ ਤੌਰ ਤੇ ਜਦੋਂ ਕੁਝ ਸਾਨੂੰ ਪ੍ਰਾਪਤ ਹੁੰਦਾ ਅਸੀਂ ਹੰਕਾਰ ਚ ਆ ਜਾਂਦੇ ਹਾਂ ਨਾ ਸਾਧ ਸੰਗਤ। ਜਬ ਕਿਛ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਤੋ ਬਿਰਤੀ ਨੂੰ ਖੁਸ਼ੀ ਗਮੀ, ਜਿਵੇਂ ਨੌਵੇਂ ਪਾਤਸ਼ਾਹ ਕਹਿੰਦੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਰ ਭੈ ਨਹੀਂ ਜਾਕੈ ਕੰਚਨ, ਉਦਾਂ ਦੀ ਅਵਸਥਾ ਬਣਾਣੀ। ਇੱਕ ਥਾਂ ਤੇ ਭਗਤ ਨਾਮਦੇਵ ਸਾਹਿਬ ਨੇ ਇਸ ਭਾਵ ਦੇ ਬਚਨ ਕੀਤੇ ਨੇ। ਆਪ ਜੀ ਕਹਿੰਦੇ ਨੇ, ਕਬਹੂ ਖੀਰ ਖਾਂਡ ਘਿਓ ਨਾ ਪਾਵੇ। ਹੁਣ ਤੇ ਖੰਡ ਘਿਓ ਸਾਡੇ ਲਈ ਜ਼ਹਿਰ ਬਣ ਗਏ ਨਾ, ਹੈਗੇ ਅੰਮ੍ਰਿਤ ਨੇ, ਕਿਉਂਕਿ ਅਸੀਂ ਰੋਗੀ ਹੋ ਗਏ ਆ। ਇਸ ਲਈ ਡਾਕਟਰ ਕਹਿੰਦੇ ਨੇ ਤੇਰੇ ਵਾਸਤੇ ਇਹ ਠੀਕ ਨਹੀਂ, ਨਾ ਖਾਇਆ ਕਰ। ਪਦਾਰਥ ਨਹੀਂ ਗਲਤ, ਪਦਾਰਥ ਅੰਮ੍ਰਿਤ ਨੇ, ਅਸੀਂ ਗਲਤ ਹੋ ਗਏ ਆ, ਅਸੀਂ ਰੋਗੀ ਬਣ ਗਏ ਆ, ਅਸੀਂ ਬਿਮਾਰ ਹੋ ਗਏ ਆ। ਵੈਸੇ ਮਹਾਰਾਜ ਨੇ ਬਾਣੀ ਚ ਇਹਨਾਂ ਨੂੰ ਅੰਮ੍ਰਿਤ ਕਿਹਾ, ਜਿਤ ਮੁਖ ਪਾਂਚੋਂ ਅੰਮ੍ਰਿਤ ਖਾਹੇ, ਤਿਤ ਮੁਖ ਦੇਖਤ ਲੂਕਟ ਲਾਹੇ। ਹੁਣ ਉਹ ਪੰਜ ਅੰਮ੍ਰਿਤ ਕੀ ਨੇ? ਉਹ ਇਹ ਦੁੱਧ ਘਿਓ ਤੋਂ ਬਣੇ ਹੋਏ ਪਦਾਰਥ ਨੇ, ਸ਼ਹਿਦ ਦਾ ਵੀ ਉਹਦੇ ਚ ਜ਼ਿਕਰ ਹੈ, ਦੁੱਧ ਵੀ ਹੈ, ਦਹੀਂ ਵੀ ਹੈ, ਹੈਗੇ ਅੰਮ੍ਰਿਤ ਨੇ, ਪਰ ਹੁਣ ਸਾਡੇ ਵਾਸਤੇ ਜ਼ਹਿਰ ਬਣ ਗਏ ਨੇ। ਤੋ ਨਾਮਦੇਵ ਸਾਹਿਬ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਨੇ, ਕਬਹੂ ਖੀਰ ਖਾਂਡ ਘਿਓ ਨਾ ਪਾਵੇ। ਬਰਤਨ ਚ ਖੀਰ ਪਾ ਕੇ ਚਮਚ ਰੱਖ ਕੇ ਕੋਲ ਤੁਸੀਂ ਪੇਪਰ ਰੱਖ ਦਿਓ ਮੂੰਹ ਪੂੰਝਣ ਲਈ, ਤੇ ਬੰਦਾ ਹੱਥ ਨਾਲ ਥਾਲੀ ਪਲੇਟ ਪਿੱਛੇ ਸਰਕਾ ਕੇ, ਮੇਰਾ ਨਹੀਂ ਦਿਲ ਕਰਦਾ, ਹੁੰਦਾ ਨਾ ਇਸ ਤਰ੍ਹਾਂ ਕਦੀ ਕਦੀ। ਬੰਦਾ ਕਹਿੰਦਾ ਮੈਂ ਨਹੀਂ ਖਾਣਾ ਜੀ, ਮੇਰਾ ਦਿਲ ਨਹੀਂ ਕਰਦਾ। ਹੁਣ ਬੰਦਾ ਉਹੀ ਹੈ ਜਿਹੜਾ ਖੀਰ ਨੂੰ ਪਰਾਂ ਸਰਕਾ ਕੇ ਕਹਿੰਦਾ ਜੀ ਮੇਰਾ ਦਿਲ ਨਹੀਂ ਕਰਦਾ। ਮਹਾਰਾਜ ਕਹਿੰਦੇ, ਕਬਹੂ ਖੀਰ ਖਾਂਡ ਘਿਓ ਨਾ ਭਾਵੇ, ਨਹੀਂ ਚੰਗਾ ਲੱਗਦਾ। ਉਹ ਕਬਹੂ ਘਰ ਘਰ ਟੂਕ ਮੰਗਾਵੇ, ਉਸੇ ਤੋਂ ਭੀਖ ਮੰਗਵਾ ਦਿੰਦਾ। ਫਿਰ ਕੀ ਕਰੀਏ? ਉਹ ਕਹਿੰਦੇ ਭਾਵੇਂ ਖੀਰ ਖਾ ਤੇ ਭਾਵੇਂ ਟੁਕੜੇ ਮੰਗ ਕੇ ਖਾ, ਘਬਰਾ ਨਾ। ਜੇ ਖੀਰ ਨਹੀਂ ਰਹੀ ਤੇ ਰਹਿਣੇ ਟੁਕੜੇ ਵੀ ਨਹੀਂ ਗੇ। ਇਹ ਕੰਧਾਂ ਦੇ ਪਰਛਾਵੇਂ ਨੇ, ਦੁੱਖ ਸੁੱਖ, ਗਰੀਬੀ ਅਮੀਰੀ, ਮਾਨ ਅਪਮਾਨ, ਪਰਮਾਨੈਂਟ ਕਿਤੇ ਵਾਸ ਨਹੀਂ ਕਰਦੇ। ਮੂਰਖ ਨੇ ਉਹ ਲੋਕ ਜਿਹੜਾ ਰਿਜ਼ਕ ਦਾ ਮਾਨ ਕਰਕੇ ਗਰੀਬਾਂ ਨੂੰ ਦੁਰਕਾਰਦੇ ਨੇ। ਇਸ ਗੱਲ ਦੀ ਉਹਨਾਂ ਨੂੰ ਖਬਰ ਨਹੀਂ ਬਈ ਇਹ ਰਿਜ਼ਕ ਮੇਰੇ ਕੋਲੋਂ ਲੈ ਕੇ ਪਰਮਾਤਮਾ ਉਹਨੂੰ ਵੀ ਦੇ ਸਕਦਾ ਜਿਹਨੂੰ ਮੈਂ ਗਰੀਬ ਕਹਿ ਕੇ ਅਪਮਾਨਿਤ ਕਰ ਰਿਹਾ ਵਾਂ, ਕਿਉਂਕਿ ਇਹ ਉਹਦੀ ਲੀਲਾ। ਇਹ ਪਰਮਾਨੈਂਟ ਕਿਸੇ ਕੋਲ ਨਹੀਂ ਰਹਿੰਦੇ। ਇਹਨਾਂ ਦਾ ਕਦੀ ਵੀ ਮਾਨ ਨਾ ਕਰੀਏ, ਸਗੋਂ ਸ਼ੁਕਰਾਨਾ ਕਰੀਏ ਵੀ ਮਹਾਰਾਜ ਮੇਰੀ ਯੋਗਤਾ ਨਹੀਂ, ਪਰ ਤੂੰ ਤਰਸ ਕਰਕੇ ਮੈਨੂੰ ਦੇ ਦਿੱਤਾ। ਸੋ ਕਬਹੂ ਖੀਰ ਖਾਂਡ ਘਿਓ ਨਾ ਭਾਵੇ, ਕਬਹੂ ਘਰ ਘਰ ਟੂਕ ਮੰਗਾਵੇ, ਕਬਹੂ ਕੂਰਨ ਚਨੇ ਬਣਾਵੇ। ਸਤ ਸੰਗਤ ਇੰਨਾ ਭੁੱਖਾ ਖੈਰ ਮੰਗੀ, ਕੋਈ ਰੋਟੀ ਦੇ ਦਿਓ,
ਉਹ ਕਹਿ ਲਗੇ ਕੋਈ ਨਹੀਂ ਰੋਟੀ ਹੁਣ ਤੂੰ ਬੇਟਾਈਮਾ ਆਇਆ ਸਾਡੇ ਕੋਲ ਕੋਈ ਨਹੀਂ, ਜਾ ਅਗਾਂਹ ਕਿਤੇ ਜਾ ਕੇ ਮੰਗ ਲੈ। ਅੱਗੋਂ ਪਹਿਲਾਂ ਹੀ ਉਹ ਨਿਰਾਸ਼ ਹੋ ਕੇ ਆਇਆ ਸੀ। ਹੁਣ ਉਹ ਖੁੱਲੇ ਘਰ ਹੁੰਦੇ ਨਾ ਥੋੜੇ ਵੱਡੇ ਪਿੰਡਾਂ 'ਚ, ਤੋ ਝਾੜੂ ਮਾਰਦੇ ਨਾ ਜਿਹੜਾ ਕੂੜਾ ਹੈ ਉਹ ਬਾਹਰਲੇ ਗੇਟ ਤੱਕ ਜਾ ਕੇ ਢੇਰੀ ਕਰ ਦਿੰਦੇ। ਹੁਣ ਬੱਚੇ ਸਾਰੀ ਦਿਹਾੜੀ, ਉਹ ਪਿੰਡਾਂ 'ਚ ਰਿਵਾਜ ਹੈ ਵੀ ਉਹ ਭੱਠੀਆਂ ਤੇ ਦਾਣੇ ਭਨਾਣੇ, ਕੋਈ ਮਕਈ, ਕੋਈ ਛੋਲੇ, ਕੋਈ ਚੌਲ, ਤੇ ਉਹ ਕਈ ਵਾਰ ਖਾਣ ਲੱਗਿਆਂ ਦਾਣੇ 1 2 4 ਡਿੱਗ ਪੈਂਦੇ, ਉਹ ਝਾੜੂ ਦੇ ਨਾਲ ਕੂੜੇ ਚਲੇ ਜਾਂਦੇ। ਹੁਣ ਉਹ ਕੂੜੇ ਨੂੰ ਫੋਲ ਰਿਹਾ ਵੀ 2 4 ਦਾਣੇ ਚਣਿਆਂ ਦੇ, ਛੋਲਿਆਂ ਦੇ ਮਿਲ ਜਾਣ, ਉਹਨਾਂ ਨੂੰ ਚਬਾ ਕੇ ਉਤੋਂ ਲੱਪ ਪਾਣੀ ਦੀ ਪੀ ਲਾ, ਥੋੜਾ ਤੰਦੂਰ ਵਿੱਚ ਬਾਲਣ ਪੈ ਜਾਏਗਾ, ਥੋੜਾ ਢਾਂਡਸ ਮਿਲ ਜਾਏਗਾ। ਇਹ ਵੀ ਨੌਬਤ ਬੰਦੇ ਦੀ ਆ ਜਾਂਦੀ ਹੈ। ਕਬਹੂ ਕੂਰਨ ਮੈਨੇ ਕੂੜਾ ਚਨੇ ਬਣਾਵੇ, ਉਹਦੇ ਵਿੱਚੋਂ ਛੋਲੇ ਚੁਗਣ ਲਈ ਵੀ ਮਜਬੂਰ ਕਰ ਦਿੰਦਾ। ਪਰ ਕੀ ਕਰੀਏ ਮਹਾਰਾਜ ਅਸੀਂ? ਹਜ਼ੂਰ ਕਹਿੰਦੇ ਨੇ ਜਿਉਂ ਰਾਮ ਰਾਖੈ ਤਿਉਂ ਰਹੀਏ ਰੇ ਭਾਈ। ਜਿਵੇਂ ਤੈਨੂੰ ਪ੍ਰਮਾਤਮਾ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਰੱਖੇ, ਤੂੰ ਉਸ ਤਰ੍ਹਾਂ ਦੇ ਹਾਲਾਤ ਵਿੱਚ ਰਿਹਾ ਕਰ। ਹਰ ਕੀ ਮਹਿਮਾ ਕਿਛ ਕਥਨ ਨਾ ਜਾਈ, ਕਬਹੂ ਤੁਰੇ ਤੁਰੰਗ ਨਚਾਵੇ, ਕਬਹੂ ਪਾਏ ਪਨੀਓ ਨਾ ਪਾਵੇ। ਕਦੀ ਕਦੀ ਘੋੜਿਆਂ ਨੂੰ ਨਚਾਉਂਦਾ ਜਾਂਦਾ, ਆਰਾਮ ਨਾਲ ਨਹੀਂ ਤੁਰਦਾ, ਘੋੜਿਆਂ ਤੇ ਚੜਦਾ। ਕਦੀ ਕਦੀ ਜੁੱਤੀ ਤੇ ਚੜਨਾ ਵੀ ਨਸੀਬ ਨਹੀਂ ਹੁੰਦਾ। ਭਾਵੇਂ ਨੰਗੇ ਪੈਰੀ ਹੈ ਤਾਂ ਵੀ ਸ਼ੁਕਰ ਕਰ, ਭਾਵੇਂ ਘੋੜੇ ਤੇ ਚੜਿਆ ਤਾਂ ਵੀ ਹੰਕਾਰ ਨਾ ਕਰ, ਸਗੋਂ ਉਹਦੀ ਸਿਫਤ ਸਲਾਹ ਕਰ। ਕਬਹੂ ਤੁਰੇ ਤੁਰੰਗ ਨਚਾਵੇ, ਕਬਹੂ ਪਾਏ ਪਨੀਓ ਨਾ ਪਾਵੇ। ਕਬਹੂ ਖਾਟ ਸੁਪੇਦੀ ਸੁਆਵੇ, ਕਬਹੂ ਭੂਮ ਪਿਆਰ ਨਾ ਪਾਵੇ। ਕਦੀ ਕਦੀ ਬੜੇ ਆਲੀਸ਼ਾਨ ਬਿਸਤਰੇ, ਬੜੇ ਕੰਫਰਟੇਬਲ ਪੋਲੇ ਪੋਲੇ ਸੋਹਣੀਆਂ ਚਿੱਟੀਆਂ ਸਫੈਦ ਚਾਦਰਾਂ, ਸੋਹਣੇ ਤਕੀਏ, ਲੈਣ ਵਾਸਤੇ ਉੱਤੇ ਵਧੀਆ ਕੱਪੜੇ, ਔਰ ਬੰਦਾ ਫਿਰ ਵੀ ਨਖਰੇ ਕਰਦਾ। ਨੌਕਰ ਨੂੰ ਕਹਿੰਦਾ ਕੰਬਖਤਾ ਤੂੰ ਚੰਗੀ ਤਰ੍ਹਾਂ ਬੈੱਡ ਸੀਟ ਨਹੀਂ ਵਿਛਾਈ, ਵੱਟ ਪਏ ਹੋਏ ਨੇ, ਮੈਨੂੰ ਚੁੱਭਦੇ ਨੇ। ਇਦਾਂ ਵੀ ਬੰਦਾ ਕਹਿੰਦਾ। ਉਹ ਹੀ ਬੰਦਾ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੰਦਾ। ਪਿਆਰ ਸਮਝਦੇ ਹੋ ਕਿਹਨੂੰ ਕਹਿੰਦੇ? ਆ ਹੁਣ ਫਸਲ ਚੱਲ ਰਹੀ ਹੈ ਧਾਨ ਦੀ, ਇਹਨੂੰ ਜਦੋਂ ਕੁੱਟ ਲੈਂਦੇ ਨਾ, ਇਹਦੇ ਨਾਲੋਂ ਚੌਲ ਧਾਨ ਮੂੰਜੀ ਵੱਖਰੀ ਕਰ ਲੈਂਦੇ, ਤੇ ਉਹ ਜਿਹੜਾ ਵੇਸਟੇਜ ਬਚ ਜਾਂਦਾ ਉਹਨੂੰ ਪਰਾਲੀ ਕਹਿੰਦੇ। ਕਦੀ ਕਦੀ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਬੰਦੇ ਕੋਲ ਬਿਸਤਰਾ ਨਹੀਂ, ਤੁਰਿਆ ਜਾਂਦਾ ਕਿਸੇ ਦੇ ਖੇਤ ਚੋਂ 4 ਕੁ ਜੂੜੀਆਂ ਪਰਾਲੀ ਦੀਆਂ ਕੱਛੇ ਮਾਰਦਾ, ਥੱਲੇ ਵਿਛਾ ਕੇ ਸਵਾਂਗਾ, ਤੇ ਉਧਰੋਂ ਕਿਸਾਨ ਵੇਖ ਲੈਂਦਾ, ਉਹ ਕਹਿੰਦਾ ਕਿਹਨੂੰ ਪੁੱਛ ਕੇ ਚੁੱਕੀ ਆ, ਰੱਖ ਇੱਥੇ। ਪਰਾਲੀ ਵੀ ਨਸੀਬ ਪਿਆਰਿਓ ਨਹੀਂ ਹੁੰਦੀ। ਜਿਹੜਾ ਨਖਰੇ ਕਰਦਾ ਸੀ ਨਾ ਵੀ ਵੱਟ ਪਏ ਨੇ, ਮੈਨੂੰ ਚੁੱਭਦੇ ਨੇ, ਉਹਨੂੰ ਥੱਲੇ ਪਰਾਲੀ ਵੀ ਵਿਛਾਉਣ ਵਾਸਤੇ ਨਹੀਂ ਮਿਲਦੀ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਮੈਂ ਨਹੀਂ ਕਹਿੰਦਾ। ਕਬਹੂ ਖਾਟ ਸੁਪੇਦੀ ਸੁਆਵੇ, ਕਬਹੂ ਭੂਮ ਪਿਆਰ ਨਾ ਪਾਵੇ। ਭੋਏ ਤੇ ਪਰਾਲੀ ਵੀ ਵਿਛਾਣ ਲਈ ਨਹੀਂ ਮਿਲਦੀ। ਪੰਨਤ ਨਾਮ ਦਿਓ ਇੱਕ ਨਾਮ ਨਿਸਤਾਰੈ, ਜੇ ਗੁਰ ਮਿਲੇ ਤੇ ਪਾਰ ਉਤਾਰੇ। ਜਿਹਨੂੰ ਪੂਰਾ ਗੁਰੂ ਮਿਲ ਕੇ ਨਾਮ ਦੀ ਦਾਤ ਦੇ ਦੇ ਨਾ, ਉਹ ਇਹਨਾਂ ਚੀਜ਼ਾਂ ਤੋਂ ਪਾਰ ਹੋ ਜਾਂਦਾ। ਭਾਵੇਂ ਗਰੀਬੀ ਹੈ, ਭਾਵੇਂ ਅਮੀਰੀ ਹੈ, ਉਹ ਭਾਵੇਂ ਅਵਸਥਾ ਕਿਵੇਂ ਦੀ ਹੈ, ਜੇ ਗੁਰੂ ਵਾਲੇ ਬਣ ਕੇ ਨਾਮ ਜਪੀਏ ਤੇ ਇਹ ਜਿਹੜੀ ਹਰਖ ਸ਼ੋਗ ਮਾਨ ਅਪਮਾਨ ਗਰੀਬੀ ਅਮੀਰੀ, ਇਹਦੇ ਤੋਂ ਮਨੁੱਖ ਉੱਚਾ ਉੱਠ ਜਾਂਦਾ। ਫਿਰ ਉਹਨੂੰ ਇਹਨਾਂ ਚੀਜ਼ਾਂ ਦਾ ਦੁੱਖ ਨਹੀਂ ਹੁੰਦਾ। ਉਹ ਦੋਵਾਂ ਵਿੱਚ ਆਪਣਾ ਇੱਕੋ ਜਿਹਾ ਸੰਤੁਲਨ ਬਣਾ ਕੇ ਬੜੀ ਚਾਈ ਜ਼ਿੰਦਗੀ ਜਿਹੜੀ ਉਹ ਕੱਟ ਜਾਂਦਾ। ਇਸ ਵਾਸਤੇ ਤੂੰ ਗੁਰੂ ਵਾਲਾ ਬਣ ਕੇ ਵਾਗਰੂ ਵਾਗਰੂ ਜਪ, ਤੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਏਗਾ। ਇਹ ਬਖਸ਼ਿਸ਼ ਕਰ ਰਹੇ ਨੇ ਭਗਤ ਕਬੀਰ ਸਾਹਿਬ ਮਹਾਰਾਜ, ਤੇ ਕਹਿ ਰਹੇ ਨੇ ਜਿਉਂ ਸੰਪੈ ਤਿਉਂ ਵਿਪਤ ਹੈ, ਬਿਦ ਨ ਰਚਿਆ ਸੋ ਹੋਏ। ਸੰਪੈ ਕਾਰਨ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਅਸੀਂ ਧਨ ਵਾਸਤੇ ਅਰਦਾਸਾਂ ਕਰਨੇ ਆ, ਨਾਮ ਜਪਣੇ ਆ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਪਰ ਹਜ਼ੂਰ ਕਹਿੰਦੇ ਨੇ ਭਾਈ ਇਹ ਵੀ ਪੂਰਬ ਦਾ ਲਿਖਿਆ ਹੋਇਆ ਪ੍ਰਾਪਤ ਹੁੰਦਾ। ਦਾਨੰ ਪਰਾ ਪੂਰਬੇਨ ਪੁਚੰਤੇ ਮਹੀਪਤੇ। ਪਹਿਲਾਂ ਕੀਤੇ ਹੋਏ ਹੱਥੋਂ ਛੱਡਿਆ ਹੋਇਆ, ਉਹ ਜਿਵੇਂ ਜ਼ਮੀਨ 'ਚ ਮਣ ਵੀ ਪਾਈਏ ਤਾਂ ਟਰਾਲੀ ਭਰ ਦਿੰਦਾ, ਇਸ ਤਰ੍ਹਾਂ ਭਾਈ ਜਿਨ੍ਹਾਂ ਨੇ ਪਹਿਲਾਂ ਬੀਜਿਆ ਹੋਇਆ ਹੁਣ ਉਹ ਆਨੰਦ ਭੋਗ ਰਹੇ ਨੇ। ਕਈਆਂ ਨੇ ਪਹਿਲਾਂ ਵੀ ਨਹੀਂ ਬੀਜਿਆ, ਹੁਣ ਵੀ ਨਹੀਂ ਬੀਜ ਰਹੇ। ਉਹ ਪਹਿਲਾਂ ਵੀ ਗਰੀਬ ਸਨ, ਹੁਣ ਵੀ ਗਰੀਬ ਨੇ, ਖਿਮਾ ਕਰਨਾ ਫਿਊਚਰ 'ਚ ਵੀ ਗਰੀਬ ਹੀ ਰਹਿਣਾ। ਜਿਨ੍ਹਾਂ ਕੋਲ ਪਹਿਲਾਂ ਮੰਨਦਾ ਸੀ, ਪਹਿਲਾਂ ਬੀਜਿਆ ਹੈ, ਉਹ ਹੁਣ ਵੀ ਛਕ ਰਹੇ ਨੇ, ਤੇ ਜਿਹੜਾ ਹੁਣ ਮੰਨ ਰਹੇ ਨੇ ਬਈ ਉਹਦੇ ਵਿੱਚੋਂ ਵੀ ਫਿਰ ਉਹ ਵੰਡ ਰਹੇ ਨੇ, ਬੀਜ ਰਹੇ ਨੇ। ਲਿਹਾਜ਼ਾ ਉਹਨਾਂ ਵਾਸਤੇ ਇੱਕ ਫੇਰ ਫਸਲ ਅੱਗੋਂ ਤਿਆਰ ਹੋ ਜਾਣੀ ਹੈ। ਇਸ ਲਈ ਭਾਈ ਉਹਨਾਂ ਦਾ ਵਰਤਮਾਨ ਵੀ ਵਧੀਆ, ਉਹਨਾਂ ਦਾ ਬੀਤ ਚੁੱਕਾ ਸਮਾਂ ਵੀ ਵਧੀਆ, ਉਹਨਾਂ ਦਾ ਆਉਣ ਵਾਲਾ ਸਮਾਂ ਵੀ ਵਧੀਆ। ਦਾਨੰ ਪਰਾ ਪੂਰਬੇਨ ਪੁਚੰਤੇ ਮਹੀਪਤੇ ਕੱਢ ਕੇ ਵੇਖ ਲਓ ਸਮਾਰਟਫੋਨ ਤੋਂ, ਇਹਦੇ ਅਰਥ ਕੀ ਨੇ। ਦਾਨ ਦੇ ਕਨਸੈਪਟ ਨੂੰ ਵੀ ਕੰਡੈਮ ਨਹੀਂ ਕੀਤਾ। ਦਾਨ ਵੀ ਫਲਦਾ ਫੁੱਲਦਾ। ਇਸ ਵਾਸਤੇ ਸਾਨੂੰ ਦਸਵੰਧ ਵਾਸਤੇ ਮਹਾਰਾਜ ਨੇ ਹੁਕਮ ਕੀਤਾ।
ਸੰਪੈ ਦੇਖ ਨਾ ਹਰਖੀਐ ਵਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਵਿਪਤ ਹੈ ਬਿਧ ਨ ਰਚਿਆ ਸੋ ਹੋਏ। ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ। ਹੁਣ ਮੈਨੂੰ ਸਮਝ ਆਈ, ਪਰਮਾਤਮਾ ਜਪ ਤਪ ਸੰਜਮ ਕਰਮ ਕਾਂਡ ਕਰਨ ਨਾਲ ਨਹੀਂ ਪ੍ਰਾਪਤ ਹੁੰਦਾ। ਕਿਵੇਂ ਪ੍ਰਾਪਤ ਹੁੰਦਾ ਫਿਰ? ਸੰਤਨ ਹਿਰਦੈ ਮਝਾਰ, ਉਹ ਸੰਤਾਂ ਦੇ ਹਿਰਦੇ ਵਿੱਚ ਵਾਸ ਕਰਦਾ। ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨਾ, ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਤੁਜੀ ਤਨ, ਸੰਤਾਂ ਦਾ ਤਨ ਤੇਰਾ ਹੀ ਤਨ ਹੈ। ਸੰਗਤ ਪ੍ਰਾਨ, ਔਰ ਵਾਹਿਗੁਰੂ ਜੀ ਤੁਹਾਡੇ ਪ੍ਰਾਣ ਸੰਗਤ ਵਿੱਚ ਵਸਦੇ ਨੇ। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਪਰ ਜਿਹਦੇ ਕੋਲ ਸਤਿਗੁਰੂ ਦਾ ਬਖਸ਼ਿਆ ਗਿਆਨ ਹੈ ਉਹਨੂੰ ਇਹ ਗੱਲ ਸਮਝ ਆਵੇਗੀ। ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਦੂਜੇ ਤਰਕਸ਼ੀਲ ਨੂੰ ਨਹੀਂ ਸਮਝ ਆਵੇਗੀ। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ, ਸੰਤ ਚੀ ਮਾਰਗ ਸੰਤ ਕਥਾ ਰਸ ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ। ਸੰਤ ਚੀ ਮਾਰਗ, ਸੰਤਾਂ ਦੇ ਰਸਤੇ ਤੇ ਚੱਲਣ ਦਾ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਸੰਤ ਚੀ ਮਾਰਗ, ਸੰਤ ਕਥਾ ਰਸ, ਉਹਨਾਂ ਦੇ ਮੁਖਾਰਬਿੰਦ ਤੋਂ ਕਥਾ। ਸੰਤ ਪ੍ਰੇਮ, ਮੇਰਾ ਪ੍ਰੇਮ ਸੰਤਾਂ ਨਾਲ ਬਣ ਜਾਏ, ਗੁਰਮੁਖਾਂ ਨਾਲ ਬਣ ਜਾਏ। ਮਾਝੇ ਦੀਜੇ ਦੇਵਾ ਦੇਵ, ਮੈਨੂੰ ਦਿਓ ਹੇ ਦੇਵਾਨ ਦੇਵ ਅਕਾਲ ਪੁਰਖ, ਇਹ ਦਾਤ ਦਿਓ ਮੈਨੂੰ। ਮੈਂ ਗੁਰਮੁਖਾਂ ਦੇ ਰਾਹ ਤੇ ਚੱਲਾਂ, ਮੈਂ ਗੁਰਮੁਖਾਂ ਦੀ ਰਸਨਾ ਤੋਂ ਬਚਨ ਸੁਣਾ, ਗੁਰਮੁਖਾਂ ਨਾਲ ਹੀ ਮੇਰੀ ਫਰੈਂਡਸ਼ਿਪ ਹੋਵੇ, ਉਹਨਾਂ ਨਾਲ ਹੀ ਮੇਰੀ ਮਿੱਤਰਤਾ ਹੋਵੇ। ਤੋ ਸੰਤਨ ਹਿਰਦੈ ਮਝਾਰ, ਗੁਰਮੁਖਾਂ ਦੇ ਹਿਰਦੇ ਵਿੱਚ ਵਸਦਾ ਹੈ। ਉਹ ਜਪ ਤਪ ਸੰਜਮ ਵਿੱਚ ਨਹੀਂ, ਕਰਮ ਕਾਂਡਾਂ 'ਚ ਨਹੀਂ ਵਸਦਾ। ਕਹਿ ਕਬੀਰ ਆਪ ਜਾਣਿਆ, ਕਿ ਜਾਣਿਆ? ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ, ਜੇ ਘਟ ਬਸੈ ਮੁਰਾਰ। ਉਹ ਸੇਵਕ ਚੰਗੇ ਨੇ ਭਾਈ, ਕਿਹੜੇ? ਜਿਨ੍ਹਾਂ ਦੇ ਹਿਰਦੇ ਵਿੱਚ ਮੁਰਾਰ, ਮੁਰ ਪਲਸ ਅਰ। ਮੁਰ ਨਾਮੀ ਦੈਂਤ ਦਾ ਦੁਸ਼ਮਣ ਕੌਣ ਹੈ? ਪਰਮਾਤਮਾ। ਮੁਰਾਰ ਦੇ ਅੱਖਰੀ ਅਰਥ ਮੁਰ ਅਰ। ਮੁਰ ਮੈਨੇ ਉਹ ਦੈਂਤ ਤੇ ਅਰ ਮੈਨੇ ਦੁਸ਼ਮਣ। ਜਿਹੜਾ ਮੁਰ ਦੈਂਤ ਦਾ ਦੁਸ਼ਮਣ ਹੈ, ਜਿਹਨੇ ਮੁਰ ਦੈਂਤ ਨੂੰ ਮਾਰ ਕੱਤਿਆ, ਪਰਮਾਤਮਾ। ਜੇ ਘਟ ਬਸੈ ਮੁਰਾ, ਜਿਹੜੇ ਹਿਰਦੇ 'ਚ ਪਰਮਾਤਮਾ ਵਸਦਾ ਹੈ ਨਾ, ਉਹ ਸੇਵਕ ਹੀ ਚੰਗੇ ਨੇ। ਸੇਵਾ ਵੀ ਉਹਨਾਂ ਦੀ ਫਲੀਭੂਤ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਹੈ, ਕਿਉਂਕਿ ਸੰਗਤ ਕਸ਼ਤੀ ਹੈ। ਸੇਵਾ ਇੱਕ ਚੱਪੂ ਹੈ, ਸਿਮਰਨ ਦੂਜਾ ਚੱਪੂ ਹੈ। ਧਿਆਨ ਦੇਣਾ, ਕਸ਼ਤੀ ਵਿੱਚ ਬੈਠ ਕੇ ਇੱਕ ਚੱਪੂ ਲਾਈਏ ਤੇ ਉਹ ਗੋਲ ਦਾਇਰਾ ਬਣਾ ਕੇ ਘੁੰਮਣਾ ਸ਼ੁਰੂ ਕਰ ਦਿੰਦੀ। ਜੇ ਅਸੀਂ ਸਿੱਧੀ ਲਿਜਾਣੀ ਚਾਹੁੰਦੇ ਹਾਂ ਤੇ ਬਰਾਬਰ ਦੋਵੇਂ ਚੱਪੂ ਲੱਗਣੇ ਚਾਹੀਦੇ, ਬਰਾਬਰ ਸੇਮ ਟਾਈਮ। ਸੰਗਤ ਦੀ ਕਸ਼ਤੀ ਵਿੱਚ ਬਹਿ ਜਾਈਏ, ਇੱਕ ਹੱਥ ਸੇਵਾ ਦਾ ਚੱਪੂ, ਦੂਜੇ ਵਿੱਚ ਸਿਮਰਨ ਦਾ ਪਕੜ ਲਈਏ, ਕਿਸ਼ਤੀ ਕਿਨਾਰੇ ਨੂੰ ਚੁੰਮ ਲੈਂਦੀ। ਇਸ ਲਈ ਸੇਵਕ ਸੋ ਸੇਵਾ ਭਲੇ, ਜੇ ਘਟ ਬਸੈ ਮੁਰਾਰ। ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਵਸਦਾ ਉਹੀ ਸੇਵਕ ਚੰਗੇ ਨੇ। ਤੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੋ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਧ ਸੰਗਤ, ਸਮਾਂ ਸਮਾਪਤ ਹੈ। ਗੁਰਦੁਆਰਾ ਸਾਹਿਬ ਦਾ ਹਜ਼ੂਰੀ ਰਾਗੀ ਜੱਥਾ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਆਪਣੇ ਜੱਥੇ ਸਮੇਤ ਹਾਜ਼ਰ ਨੇ। ਭਾਈ ਸਾਹਿਬ ਦੇ ਜੱਥੇ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸੋ ਸਾਧ ਸੰਗਤ, ਹਫਤਾਵਾਰੀ ਦੀਵਾਨ ਹਰ ਸ਼ਨੀਵਾਰ ਦੇ ਸ਼ਨੀਵਾਰ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਜਾਏ ਜਾਂਦੇ ਨੇ। ਸੋ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਵੀ ਇਹਨਾਂ ਹਫਤਾਵਾਰੀ ਦੀਵਾਨਾਂ ਦੇ ਵਿੱਚ ਆਪ ਆਵੋ, ਪਰਿਵਾਰਾਂ ਨੂੰ ਵੀ ਨਾਲ ਲਿਆਓ, ਆਂਢ ਗੁਆਂਢ ਨੂੰ ਵੀ ਕੀਰਤਨ ਕਥਾ ਆਨੰਦ ਮਾਣੋ। ਨਾਲੇ ਗੁਰੂ ਕੇ ਲੰਗਰ ਵੀ ਅਟੁੱਟ ਵਰਤਦੇ ਨੇ। ਸੋ ਇਹਨਾਂ ਲੰਗਰਾਂ ਦੀ ਕੋਈ ਸੇਵਾ ਵੀ ਲੈਣੀ ਚਾਹੁੰਦਾ ਹੋਵੇ ਤੇ ਉਹ ਲੈ ਸਕਦਾ ਹੈ। ਹੋਰ ਵੀ ਬੇਸਮੈਂਟ ਪੱਥਰਾਂ ਦੀ ਔਰ ਟਾਇਲਟਾਂ ਬਣਾਉਣ ਦੀ ਸੇਵਾ ਚੱਲ ਰਹੀ ਹੈ ਭਾਈ। ਬਹੁਤੇ ਚੋਂ ਬਹੁਤਾ, ਥੋੜੇ ਚੋਂ ਥੋੜਾ ਹਿੱਸਾ ਪਾ ਕੇ ਗੁਰੂ ਕੀ ਖੁਸ਼ੀ ਪ੍ਰਾਪਤ ਕਰੋ, ਪ੍ਰਬੰਧਕਾਂ ਨੂੰ ਧੰਨਵਾਦੀ ਬਣਾਓ। ਸੋ ਆਓ ਹੁਣ ਭਾਈ ਸਾਹਿਬ ਦੇ ਜੱਥੇ ਤੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਦਾਸ ਨੂੰ ਆਗਿਆ ਬਖਸ਼ਿਸ਼ ਕਰੋ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ